ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਵਕਤ ਦੀਆਂ ਖਬਰਾਂ ਦੇ ਉੱਪਰ ਆਪਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਹਿਬ ਨਾਲ ਚਰਚਾ ਕਰਾਂਗੇ। ਦੇਸ਼ ਦੁਨੀਆ ਦੇ ਵਿੱਚ ਰੌਲਾ ਤਾਂ ਇੱਕੋ ਚੀਜ਼ ਦਾ, ਉਹ ਹੈ ਕਰੋਨਾ ਵਾਇਰਸ। ਤੇ ਕਿਤੋਂ ਚੰਗੀਆਂ ਖਬਰਾਂ ਵੀ ਆ ਰਹੀਆਂ, ਕਿਤੋਂ ਮਾੜੀਆਂ ਵੀ ਆ ਰਹੀਆਂ। ਇਹ ਸਾਰੇ ਕੁਝ ਦਾ ਐਨਾਲਿਸਿਸ ਆਪਾਂ ਕਰਾਂਗੇ। ਇਸ ਤੋਂ ਬਾਅਦ ਕੁਝ ਜਿਹੜੀਆਂ ਚੰਗੀਆਂ ਗੱਲਾਂ ਨੇ ਉਹਨਾਂ ਤੋਂ ਕੀ ਆਸ ਵੱਝਦੀ ਆ, ਤੇ ਜਿਹੜੀਆਂ ਮਾੜੀਆਂ ਗੱਲਾਂ ਨੇ ਉਹਨਾਂ ਦਾ ਕਿੰਨੀ ਕੁ ਆਪਾਂ ਨੂੰ ਉਮਰ ਹੋਰ ਜਾਪਦੀ ਹੈ, ਇਹ ਵੀ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਭਾਰਤ ਦੇ ਵਿੱਚ ਜਿਹੜੀ ਹੁਣ ਇਹ ਦੁਕਾਨਾਂ ਖੋਲ੍ਹਣ ਦੀ ਜਾਂ ਕਹਿ ਲਓ ਥੋੜ੍ਹੀ ਢਿੱਲ ਦੇਣ ਦੀ ਚਰਚਾ ਚੱਲੀ ਆ, ਉਹਦੇ 'ਚ ਕਿੰਨੀ ਕੁ ਸੱਚਾਈ ਆ, ਅਤੇ ਨਾਲ ਦੀ ਨਾਲ ਜਿਹੜੀਆਂ ਕੁਝ ਥਾਵਾਂ ਨੇ ਉਹਨਾਂ ਦੇ ਵਿੱਚ ਹੋਰ ਟਾਈਟਨੈਸ ਕਿਉਂ ਕੀਤੀ ਜਾ ਰਹੀ ਆ, ਇਹਦੇ 'ਤੇ ਵੀ ਆਪਾਂ ਗੱਲ ਕਰਾਂਗੇ। ਫਿਰ ਇੱਕ ਉਹ ਸਿਰਸੇ ਵਾਲੇ ਬਾਬੇ ਦਾ ਵੀ ਕੱਲ੍ਹ ਦਾ ਵਾਹਵਾ ਰੌਲਾ ਕਿ ਸ਼ਾਇਦ ਉਹਨੂੰ ਜੇਲ੍ਹ 'ਚੋਂ ਪੈਰੋਲ ਮਿਲਣੀ ਆ, ਉਹ ਕੀ ਕਹਾਣੀ ਬਣੀ ਆ ਜੀ, ਉਹ ਜ਼ਿਕਰ ਵੀ ਆਪ ਜੀ ਦੇ ਨਾਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਪੰਨ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਪੰਨ ਸਾਹਿਬ, ਰੋਜ਼ ਆਪਾਂ ਨੈਗੇਟਿਵਿਟੀ 'ਤੇ ਸ਼ੁਰੂ ਕਰਦੇ ਹਾਂ, ਅਤੇ ਮੈਨੂੰ ਐਂ ਸੀ ਕਿ ਵੀ ਆਪਾਂ ਸ਼ੁਰੂ 'ਚ ਹੀ ਅੱਜ ਕੋਈ ਚੰਗੀ ਗੱਲ ਕਰੀਏ। ਇੱਕ ਤਾਂ ਵਾਤਾਵਰਨ ਦੀ ਗੱਲ ਆਪਾਂ ਅੱਗੇ ਵੀ ਇੱਕ ਦੋ ਦਿਨ ਪਹਿਲਾਂ ਕੀਤੀ ਸੀ ਕਿ ਵੀ ਵਾਤਾਵਰਨ ਜਿਹੜਾ ਅੱਗੇ ਨਾਲੋਂ ਥੋੜ੍ਹਾ ਸ਼ੁੱਧ ਹੋਇਆ, ਜਿੱਦਾਂ ਕੁਦਰਤ ਨੇ ਆਪਣੇ ਆਪ ਨੂੰ ਰੀਚਾਰਜ ਕੀਤਾ ਹੁੰਦਾ। ਅਤੇ ਹੁਣ ਕਿਉਂਕਿ ਜੇ ਧਰਤੀ ਨੂੰ ਦੇਖੀਏ ਤਾਂ 3 ਹਿੱਸੇ ਪਾਣੀ ਆ, ਅਤੇ ਉਹ ਜਿਹੜਾ ਪਾਣੀ ਸਮੁੰਦਰਾਂ 'ਚ ਆ, ਹੁਣ ਤਾਂ ਉਸ ਪਾਣੀ ਦਾ ਰੰਗ ਵੀ ਕਹਿੰਦੇ ਕਿ ਅੱਗੇ ਨਾਲੋਂ ਵਧੀਆ ਹੋਣ ਲੱਗ ਪਿਆ। ਗੁਰਪ੍ਰੀਤ ਜੀ, ਗੱਲ ਇਹ ਆ ਕਿ ਧਰਤੀ ਜਿਹੜੀ ਆ ਕੁਦਰਤ ਸਮੁੱਚੀ ਜੀ, ਜਿਹਦੇ 'ਚ ਆਕਾਸ਼ ਵੀ, ਸਾਡੇ ਸਮੁੰਦਰ ਵੀ ਇਸ ਹਿਲਜੁਲ ਤੋਂ, ਧੜਕਣ ਤੋਂ, ਪ੍ਰਦੂਸ਼ਣ ਤੋਂ ਮੁਕਤ ਹੋ ਰਿਹਾ। ਜੀ, ਇਹ ਬਦਕਿਸਮਤੀ ਹੈ ਕਿ 2 ਲੱਖ ਦੇ ਨੇੜੇ ਤੇੜੇ ਮੌਤਾਂ ਹੋ ਗਈਆਂ ਨੇ ਦੁਨੀਆ 'ਚ। ਜੀ, ਕਰੋਨਾ ਨਾਲ ਮੌਤਾਂ ਦਾ ਅੰਕੜਾ ਇਸ ਵੇਲੇ 1,97,000 ਤੋਂ ਵੱਧ ਗਿਆ। ਪਰ ਦੂਸਰਾ ਪੱਖ ਇਹ ਆ ਕਿ ਜਿਹੜੀ ਉੱਪਰ ਓਜ਼ੋਨ ਲੇਅਰ ਸੀ, ਜੀ, ਉਹ 'ਚ ਵੀ ਸੁਰਾਖ ਹੋਈ ਜਾਂਦੇ ਸੀ ਅਤੇ ਮਨੁੱਖਤਾ ਵਾਸਤੇ ਖਤਰਾ ਸੀ। ਕੋਈ ਮੰਨਦਾ ਹੀ ਨਹੀਂ ਸੀ ਕਿ ਫੈਕਟਰੀਆਂ ਵੀ ਬੰਦ ਕਰੋ, ਪ੍ਰਦੂਸ਼ਣ ਘੱਟ ਕਰੋ। ਇਹਦੇ ਦੌਰਾਨ ਜਦੋਂ ਸਭ ਥਾਵਾਂ 'ਤੇ ਲਾਕਡਾਊਨ ਹੋ ਗਿਆ, ਦੁਨੀਆ ਭਰ 'ਚ ਹੋਇਆ ਪਿਆ। ਆ ਭਾਰਤ ਏਡਾ ਵੱਡਾ ਦੇਸ਼ ਹੈ, 140 ਕਰੋੜ ਤੋਂ ਵੱਧ ਲੋਕ ਨੇ। ਜੀ, ਇੱਥੇ ਕਿਸੇ ਤਾਂ ਲਾਕਡਾਊਨ ਅਤੇ ਕਿਸੇ ਥਾਂ ਦੇ ਉੱਤੇ ਕਰਫਿਊ ਲੱਗਾ ਪਿਆ। ਇਹ ਸਾਰੀ ਦੁਨੀਆ ਦੇ ਵਿੱਚ ਆਵਾਜਾਈ ਰੁਕਣ ਦਾ ਸਿੱਟਾ ਕਿ ਹਵਾ ਪਾਣੀ ਸਭ ਕੁਝ ਸਾਫ਼ ਹੋਣਾ ਸ਼ੁਰੂ ਹੋ ਗਿਆ। ਜੀ, ਅਸੀਂ ਕਰਫਿਊ ਲੱਗੇ ਨੂੰ ਚੌਥੇ ਦਿਨ ਇਹ ਸੁਣਿਆ ਸੀ ਕਿ ਜਲੰਧਰ ਦੀਆਂ ਛੱਤਾਂ 'ਤੇ ਖਲੋ ਕੇ ਵੇਖੋ ਤੇ ਨੰਗੀ ਅੱਖ ਨਾਲ ਹਿਮਾਲਿਆ ਪਹਾੜ ਦਿਸਣ ਲੱਗ ਪਿਆ, ਬਰਫ਼ ਪਈ ਦਿਸਣ ਲੱਗ ਪਈ। ਜੀ, ਫਿਰ ਅਸਾਂ ਸੁਣਿਆ ਕਿ ਅਸਮਾਨ ਸਾਫ਼ ਆ ਅਤੇ ਬੂਟੇ ਜਿਹੜੇ ਆ ਉਹ ਟਹਿਕਣ ਲੱਗ ਪਏ ਨੇ। ਰੁੱਖ ਜਿਹੜੇ ਉਹਨਾਂ ਦੇ ਪੱਤੇ ਕੂਲੇ ਕੂਲੇ ਲਮਕਦੇ ਚਮਕਦੇ ਨੇ। ਇਸ ਤੋਂ ਬਾਅਦ ਅਸੀਂ ਕਿੰਨੀਆਂ ਗੱਲਾਂ ਹੋਰ ਵੇਖੀਆਂ। ਸਾਡੇ ਕੋਲ ਏਅਰਪੋਰਟਾਂ ਆਈਆਂ ਕਿ ਕੋਇਲ ਕੂਕਣ ਲੱਗ ਪਈ ਹੈ, ਕਬੂਤਰ ਉਡਾਰੀਆਂ ਲਾਉਣ ਲੱਗ ਪਏ ਨੇ, ਅਸਮਾਨ ਸਾਫ਼ ਹੋਣ ਲੱਗ ਪਿਆ। ਜੀ, ਆਹ ਜਿਹੜੀ ਤਾਜ਼ਾ ਖਬਰ ਹੈ ਇਹ ਹੋਰ ਵੀ ਉਤਸ਼ਾਹ ਵਧਾਉਣ ਵਾਲੀ ਹੈ। ਮੈਕਸੀਕੋ ਦੇ ਲਾਗੇ ਸਮੁੰਦਰ ਦੇ ਵਿੱਚੋਂ 60 ਸਾਲਾਂ ਬਾਅਦ ਨੀਲੀਆਂ ਲਾਈਟਾਂ ਨਿਕਲੀਆਂ ਨੇ। ਜੀ, ਸਾਰੇ ਜਾਣਦੇ ਸਮੁੰਦਰ ਦਾ ਪਾਣੀ ਨੀਲਾ ਹੁੰਦਾ, ਪਰ ਪਿਛਲੇ ਸਮੇਂ 'ਚ ਉਹ ਸ਼ੁੱਧ ਨੀਲਾ ਨਹੀਂ ਸੀ ਰਹਿ ਗਿਆ। ਉਹਦੇ ਵਿੱਚ ਕਈ ਕਿਸਮ ਦੇ ਪ੍ਰਦੂਸ਼ਣ ਨਾਲ ਵਿਗਾੜ ਹੋਣੇ ਸ਼ੁਰੂ ਹੋ ਗਏ ਸੀ। ਅੱਜ ਜਿੰਨੇ ਸ਼ਿਪ ਚੱਲਦੇ ਆ, ਇਹ ਠੀਕ ਹੈ, ਉਹਨਾਂ ਸਾਰਿਆਂ 'ਚ ਮਸ਼ੀਨਾਂ ਲੱਗੀਆਂ ਜਿਹੜੀਆਂ ਪਾਣੀ ਕਲੀਨ ਕਰਕੇ ਸਮੁੰਦਰ 'ਚ ਸੁੱਟਦੀਆਂ। ਜੀ, ਸੀਵਰੇਜ ਦਾ ਗੰਦ ਸਿੱਧਾ ਨਹੀਂ ਜਾਂਦਾ। ਪਰ ਦੂਜੀ ਗੱਲ ਵੀ ਆਪਣੀ ਥਾਂ ਠੀਕ ਹੈ ਵੀ ਕਲੀਨ ਕੀਤਾ ਵੀ ਹੋਵੇ ਅਤੇ ਉਹ ਕਲੀਨ ਪਾਣੀ ਹੋਵੇਗਾ, ਨੈਚੁਰਲ ਪਾਣੀ ਤਾਂ ਨਹੀਂ ਹੋ ਸਕਦਾ। ਜੀ, ਸਮੁੰਦਰਾਂ ਨੂੰ ਪਲੀਤ ਤੇ ਕਰਦੇ ਸੀ, ਇਹਦਾ ਵੀ ਅਸਰ ਪਿਆ। ਹੁਣ ਸਮੁੰਦਰਾਂ ਦੇ ਅੰਦਰ ਜਿਹੜੇ ਜੀਵ ਜੰਤੂ ਨੇ ਉਹਨਾਂ ਦੇ ਵੀ ਰੰਗ ਬਿਰੰਗੇ, ਕਿਸੇ ਦੇ ਖੰਭ ਨੇ, ਕਿਸੇ ਦੇ ਪੰਖ ਨੇ, ਕਿਸੇ ਦੀ ਪੂਛ ਹੈ। ਕਿਤੇ ਤੁਸੀਂ ਕਿਸੇ ਐਕਵੇਰੀਅਮ 'ਚ ਚਲ ਜਾਓ। ਮੈਂ ਇੰਗਲੈਂਡ 'ਚ ਇੱਕ ਵਾਰੀ ਬਰਮਿੰਘਮ ਦੇ ਐਕਵੇਰੀਅਮ ਵਿੱਚ ਚਲਾ ਗਿਆ। ਜੀ, ਉੱਥੇ ਮੱਛੀਆਂ ਦੀਆਂ ਕਿਸਮਾਂ ਵੇਖੀਆਂ। ਮੈਂ 2 ਘੰਟੇ ਉਹੀ ਹੀ ਵੇਖਦਾ ਰਿਹਾ, ਔਰ ਹਰ ਮੱਛੀ ਮੈਨੂੰ ਜਾਪਦਾ ਸੀ ਦੁਨੀਆ ਦੀ ਸਭ ਤੋਂ ਖੂਬਸੂਰਤ ਹੈ। ਉਹ ਸਾਰੀਆਂ ਲੁਕਣ ਹੀ ਲੱਗ ਪਈਆਂ ਸਨ ਕਿ ਬੰਦਾ ਸਾਨੂੰ ਖਾ ਹੀ ਨਾ ਜਾਵੇ। ਜੀ, ਜੇ ਖਾਊਗਾ ਨਾ ਤੇ ਪ੍ਰਦੂਸ਼ਣ ਇੰਨਾ ਕਰ ਦੂਗਾ ਕਿ ਅਸੀਂ ਸ਼ਰਮ ਨਾਲ ਹੀ ਮਰ ਜਾਵਾਂਗੇ। ਹੁਣ ਉਹ ਸਾਰੇ ਕੁਝ ਨੂੰ ਰੋਕ ਪਈ ਹੈ ਅਤੇ ਉਹਨਾਂ ਹੀ ਪਾਣੀਆਂ ਤੋਂ ਫਿਰ ਨੀਲੀਆਂ ਰੋਸ਼ਨੀਆਂ ਜਦੋਂ ਰਾਤ ਨੂੰ ਉੱਠੀਆਂ ਨੇ ਮੈਕਸੀਕੋ ਦੇ ਲਾਗੇ, ਅਤੇ ਜਦੋਂ ਆਹ 10 ਦਿਨ ਹੋਰ ਇਸੇ ਤਰ੍ਹਾਂ ਰਹਿ ਗਿਆ ਅਤੇ ਬਾਕੀ ਦੇ ਸਮੁੰਦਰਾਂ ਵਿੱਚੋਂ ਵੀ ਉੱਠਣੀਆਂ ਨੇ। ਜੀ, ਬੰਦੇ ਨੇ ਕੁਦਰਤ ਨਾਲ ਵਿਗਾੜ ਪਾ ਕੇ ਨੁਕਸਾਨ ਬਹੁਤ ਕਰਾ ਲਿਆ। ਹੁਣ ਥੋੜ੍ਹਾ ਜਿਹਾ ਮਜਬੂਰੀ ਵਿੱਚ ਹੀ ਘਰ ਬੱਧਾ ਬੈਠਾ, ਅਤੇ ਇਸ ਘਰ ਬੱਧੇ ਬਹਿਣ ਦੇ ਵਿੱਚੋਂ ਕੁਝ ਨਾ ਕੁਝ ਕੁਦਰਤੀ ਤੌਰ 'ਤੇ ਫਾਇਦਾ ਹੋ ਰਿਹਾ, ਜਿਹੜਾ ਅੱਜ ਦੇ ਮਨੁੱਖ ਨੂੰ ਦਿਸੇ ਨਾ ਦਿਸੇ, ਇਹਦੀਆਂ ਅਗਲੀਆਂ ਪੀੜ੍ਹੀਆਂ ਤੱਕ ਵੀ ਕਿਸੇ ਨਾ ਕਿਸੇ ਰੂਪ ਵਿੱਚ ਮਨੁੱਖਤਾ ਦਾ ਫਾਇਦਾ ਕਰੂਗਾ। ਜੀ, ਬਿਲਕੁਲ ਸਹੀ ਗੱਲ। ਅੱਛਾ ਪੰਨ ਸਾਹਿਬ, ਇੱਕ ਹੋਰ ਚੰਗੀ ਗੱਲ ਜਿਹੜੀ ਹੈਲਥ ਮਿਨਿਸਟਰੀ ਨੇ ਕਹੀ ਹੈ ਭਾਰਤ ਵਾਲੇ ਪਾਸਿਓਂ, ਜਦੋਂ ਦੁਨੀਆ ਭਰ ਦੇ ਵਿੱਚ ਆਪਾਂ ਰਿਕਵਰੀ ਰੇਟ ਦੇਖਦੇ ਹਾਂ ਅਤੇ ਉਹ
ਕੁਝ ਥਾਵਾਂ ਤੇ ਠੀਕ ਹੈ, ਕੁਝ ਥਾਵਾਂ ਤੇ ਬਹੁਤ ਘੱਟ ਆ। ਪਰ ਭਾਰਤ ਦੇ ਵਿੱਚ ਇੱਕ ਤਾਂ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਕਹਿੰਦੇ ਵੱਧ ਗਈ, ਤੇ ਦੂਸਰਾ ਜਿਹੜਾ ਅੱਗੇ ਕਰੋਨਾ ਫੈਲਣ ਦੀ ਦਰ ਸੀ, ਪਹਿਲਾਂ 2 ਦਿਨਾਂ 'ਚ ਡਬਲ ਹੁੰਦਾ ਸੀ, ਫਿਰ 3 'ਚ, ਫਿਰ 6 'ਚ, ਫਿਰ 8 'ਚ, ਹੁਣ ਕਹਿੰਦੇ 10 ਦਿਨਾਂ 'ਚ ਡਬਲ ਹੋਣ ਦੀ ਸਪੀਡ ਆ ਗਈ। ਉਹਦੇ ਵਿੱਚ ਜਿਹੜਾ ਬੈਨੀਫਿਟ ਮਿਲ ਰਿਹਾ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਅਸੀਂ ਭਾਰਤ ਸਰਕਾਰ ਨਾਲ ਲੱਖ ਸਿਆਸੀ ਮਤਭੇਦ ਰੱਖੀਏ, ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਸਰਕਾਰ ਨਾਲ ਜਿੰਨੇ ਮਰਜ਼ੀ ਮਤਭੇਦ ਹੋਣ, ਕੈਪਟਨ ਅਮਰਿੰਦਰ ਸਿੰਘ, ਕੇਰਲਾ ਦਾ ਮੁੱਖ ਮੰਤਰੀ ਕਮਿਊਨਿਸਟ ਆ, ਕਿਸੇ ਨੂੰ ਉਹਨਾਂ ਦੀ ਥਿਊਰੀ ਪਸੰਦ ਆਵੇ ਜਾਂ ਨਾ ਆਵੇ, ਪਿਨਰਾਈ ਵਿਜਯਨ, ਉੜੀਸਾ ਦਾ ਮੁੱਖ ਮੰਤਰੀ ਬੀਜੂ ਜਨਤਾ ਦਲ ਦਾ ਨਵੀਨ ਪਟਨਾਇਕ, ਉਹਦੀ ਕਿਸੇ ਨਾਲ ਬਣੇ ਜਾਂ ਨਾ ਬਣੇ, ਇਹਨਾਂ ਸਾਰਿਆਂ ਨੇ ਕੰਮ ਕੀਤਾ ਜੀ, ਸਿੱਟੇ ਚੰਗੇ ਨਿਕਲੇ ਆ। ਸਾਡੇ ਕੋਲ ਹੁਣ ਕੇਸਾਂ ਦੀ ਰਫ਼ਤਾਰ ਅਜੇ ਹੈਗੀ ਆ, ਪਹਿਲਾਂ ਜਿੰਨੀ ਤੇਜ਼ ਨਹੀਂ। ਰਿਕਵਰੀ ਦੀ, ਠੀਕ ਹੋ ਕੇ ਬਾਹਰ ਨਿਕਲ ਵੜਨ ਦੀ ਰਫ਼ਤਾਰ ਜਿਹੜੀ ਆ ਉਹ ਤੇਜ਼ ਹੋ ਰਹੀ ਹੈ। ਥੋੜ੍ਹੇ ਦਿਨ ਪਹਿਲਾਂ ਅਸੀਂ ਕਹਿੰਦੇ ਸਾਂ ਕਿ ਸਾਡੇ ਕੋਲ ਤਾਂ ਰਿਕਵਰੀ ਰੇਟ 11% ਹੈ। ਜੀ, ਦੇਸ਼ ਤਾਂ ਉਹ ਬਚੇ ਆ ਜਿਨ੍ਹਾਂ ਨੇ ਰਿਕਵਰੀ ਰੇਟ ਵਧਾਇਆ। ਕੇਰਲਾ ਵਾਲੇ ਇਸ ਕਰਕੇ ਬਚ ਗਏ ਕਿਉਂਕਿ ਉਹਨਾਂ ਰਿਕਵਰੀ ਰੇਟ 50 ਤੋਂ ਉੱਪਰ ਸੀ, 52 ਚਲਾ ਗਿਆ, 60% ਤੱਕ ਚਲਾ ਗਿਆ, ਇਸ ਕਰਕੇ ਬਚਾਅ ਹੋਇਆ। ਹੁਣ ਜਿਹੜੀ ਤਾਜ਼ਾ ਸਥਿਤੀ ਹੈ ਉਹਦੇ ਵਿੱਚ ਭਾਰਤ ਵਿੱਚ ਦੁਨੀਆ ਦੀ ਐਵਰੇਜ ਨਾਲੋਂ ਲਗਭਗ ਉਹਦੇ ਬਰਾਬਰ ਜਾਂ ਥੋੜ੍ਹਾ ਜਿਹਾ ਉੱਪਰ ਦਾ ਰੇਟ ਚਲਾ ਗਿਆ। ਇਸ ਵੇਲੇ ਕੋਈ ਜਿਹੜਾ, ਜੇ ਮੈਂ ਰਫ ਅੰਦਾਜ਼ਾ ਲਵਾਂ, ਹੁਣ 24,500 ਕੇਸ ਹੋਣ ਤੇ ਇਹਦਾ 10% ਤੇ ਫਿਰ 2450 ਬਣਦੇ ਜੀ, ਤੇ ਇਹਨਾਂ ਨੂੰ ਦੁੱਗਣੇ ਕਰ ਲਓ, 4900 ਬਣ ਜਾਣਗੇ। 5498 ਲੋਕ ਜਿਹੜੇ ਉਹ ਰਿਕਵਰ ਹੋ ਚੁੱਕੇ ਆ। ਜੀ, ਇਹਦਾ ਮਤਲਬ 22% ਦੇ ਨੇੜੇ ਤੇੜੇ ਰਿਕਵਰੀ ਰੇਟ ਬਣਦਾ। ਇਹ ਮੈਂ ਕਿਸੇ ਕੈਲਕੂਲੇਟਰ ਨਾਲ ਨਹੀਂ ਜ਼ਬਾਨੀ ਕੱਢ ਰਿਹਾ, ਇਸ ਕਰਕੇ 19-21 ਦਾ ਫਰਕ ਵੀ ਹੋ ਸਕਦਾ। ਜੀ, ਦੂਸਰਾ ਇਹ ਕਿ ਬਹੁਤ ਸਾਰੀਆਂ ਥਾਵਾਂ 'ਤੇ ਜਿੱਥੇ ਪਹਿਲਾਂ ਬਹੁਤ ਦਹਿਸ਼ਤ ਸੀ, ਮਿਸਾਲ ਦੇ ਤੌਰ 'ਤੇ ਸਾਡਾ ਨਵਾਂ ਸ਼ਹਿਰ, ਗਿਆਨੀ ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਉਹਦੇ ਘਰ ਦੇ ਕੋਈ ਜੀਅ ਵੀ ਪ੍ਰਭਾਵਿਤ ਸਨ, ਜੀ, ਨਾਲ ਦੇ ਪਿੰਡ ਦਾ ਉਹਦਾ ਦੋਸਤ ਵੀ। ਹੁਸ਼ਿਆਰਪੁਰ ਤੇ ਨਵੇਂ ਸ਼ਹਿਰ ਦੋਵਾਂ 'ਚ ਜਿਹੜੀ ਤੇਜ਼ੀ ਨਾਲ ਕੇਸ ਵਧੇ ਸਨ। ਇਸ ਵੇਲੇ ਹੁਸ਼ਿਆਰਪੁਰ 'ਚ ਸਿਰਫ 2 ਕੇਸ ਹਸਪਤਾਲ 'ਚ ਨੇ, ਬਾਕੀ ਲੋਕ ਠੀਕ ਹੋ ਕੇ ਜਾ ਚੁੱਕੇ। ਜੀ, ਨਵੇਂ ਸ਼ਹਿਰ ਦੇ ਵਿੱਚ ਇੱਕ ਵੀ ਬੰਦਾ ਹਸਪਤਾਲ ਵਿੱਚ ਨਹੀਂ। ਉੱਥੋਂ ਦੇ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਤੇ ਉਹਦੇ ਸਾਥੀਆਂ ਨੇ, ਉੱਥੋਂ ਦੇ SSP ਹੈ ਬੀਬੀ, ਉਹਨੇ ਸ਼ਾਇਦ ਜਿਵੇਂ ਭੁੱਲਦਾ ਨਹੀਂ ਅਲਕਾ ਮੀਨਾ, ਉੱਥੋਂ ਦੇ ਸਿਵਲ ਸਰਜਨ ਨੇ ਕੰਮ ਕੀਤਾ, ਸਿੱਟੇ ਨਿਕਲਿਆ। ਜੀ, ਮੋਗੇ ਦੇ ਵਿੱਚ ਡਿਪਟੀ ਕਮਿਸ਼ਨਰ ਆ ਸੰਦੀਪ ਹੰਸ, ਉਹ ਲਗਾਤਾਰ ਇਸ ਪਾਸੇ ਲੱਗਾ ਰਿਹਾ, ਸਿਹਤ ਵਿਭਾਗ ਨਾਲ ਲੱਗਾ ਰਿਹਾ। ਉੱਥੇ ਜਿਹੜਾ MLA ਆ ਹਰਜੋਤ ਕਮਲ, ਉਹ ਵੀ ਡਾਕਟਰ ਹੈ, ਉਹਨਾਂ ਸਾਰਿਆਂ ਨੇ ਡਾਕਟਰਾਂ ਨੂੰ ਵੀ ਨਾਲ ਲਿਆ, ਰਾਤ ਦਿਨ ਕੰਮ ਕੀਤਾ। ਮੋਗਾ ਜਿਹੜਾ ਉਹ ਵੀ ਇਸ ਵੇਲੇ ਕਰੋਨਾ ਮੁਕਤ ਹੋ ਗਿਆ। ਸਭ ਤੋਂ ਹੈਰਾਨੀ ਵਾਲੀ ਖਬਰ ਇਹ ਆਈ ਹੈ ਕਿ 60 ਤੋਂ ਉੱਪਰ ਅਸੀਂ ਸੀਨੀਅਰ ਸਿਟੀਜ਼ਨ ਗਿਣਦੇ ਹਾਂ। ਜੀ, ਮੇਰੇ ਵਰਗੇ ਬੰਦੇ ਨੂੰ ਤਾਂ ਲੋਕੀ 53-54 ਦੀ ਉਮਰ 'ਚ ਹੀ ਬਾਪੂ ਜੀ ਕਹਿਣ ਲੱਗ ਪਿਆ ਸੀ। ਜੀ, 60 ਸਾਲ ਤੋਂ ਵੱਧ ਵਾਲਿਆਂ ਨੂੰ ਸੀਨੀਅਰ ਸਿਟੀਜ਼ਨ ਗਿਣਦੇ। ਕੇਰਲਾ 'ਚ ਇੱਕ ਔਰਤ 60 ਤੋਂ ਉੱਪਰ 62 ਸਾਲ ਦੀ, ਕਰੋਨਾ ਪੋਜ਼ੀਟਿਵ ਹੋ ਗਈ। ਉਹਦੇ 19 ਟੈਸਟ ਲਏ ਤੇ ਸਾਰੇ ਟ੍ਰੀਟਮੈਂਟ ਤੋਂ ਬਾਅਦ ਹਰ ਵਾਰੀ ਪੋਜ਼ੀਟਿਵ, ਹਰ ਵਾਰੀ ਪੋਜ਼ੀਟਿਵ। ਜੀ, 18 ਟੈਸਟਾਂ 'ਚ ਪੋਜ਼ੀਟਿਵ ਹੈ, 19 'ਚ, ਤੇ 20ਵੇਂ ਟੈਸਟ ਵਿੱਚ ਜਾ ਕੇ ਪਤਾ ਲੱਗਾ ਕਿ ਹੁਣ ਬੀਬੀ ਠੀਕ ਠਾਕ ਹੈ। ਅੱਜ ਉਹਨੂੰ ਕਹਿ ਦਿੱਤਾ ਜਾ ਗਿਆ ਕਿ ਮੈਡਮ ਤੁਸੀਂ ਘਰ ਜਾ ਸਕਦੇ ਹੋ। ਜੀ, ਇਹ ਸਾਡੇ ਡਾਕਟਰਾਂ ਦੀ ਵੀ ਹਿੰਮਤ ਹੈ, ਉੱਥੋਂ ਦੇ ਪ੍ਰਸ਼ਾਸਨ ਦੀ ਵੀ ਹੈ। ਖਾਸ ਤੌਰ 'ਤੇ ਲੋਕੀ ਮੁੜ ਕੇ ਜ਼ਿਕਰ ਕਰਦੇ ਆ ਕੇਰਲਾ ਦੀ ਸਿਹਤ ਮੰਤਰੀ ਬੀਬੀ ਸ਼ੈਲਜਾ ਦਾ, ਕਿ ਉਹਨੇ ਰਾਤ ਦਿਨ ਆਪਣੀ ਨੀਂਦ ਵੀ ਭੁਲਾ ਛੱਡੀ, ਐਸੇ ਕੰਮ ਲੱਗੀ ਰਹੀ ਹੈ। ਜਿਨ੍ਹਾਂ ਨੇ ਕੰਮ ਕੀਤਾ, ਇਹ ਚੰਗੀ ਗੱਲ ਹੈ ਕਿ ਪ੍ਰੋਗਰਾਮ ਦੇ ਸ਼ੁਰੂ 'ਚ ਹੀ ਤੁਸੀਂ ਪੁੱਛ ਲਿਆ। ਇਸ ਹੈਪੀ ਨੋਟ ਤੋਂ ਸਾਨੂੰ ਸ਼ੁਰੂ ਕਰਨਾ ਚਾਹੀਦਾ ਕਿ ਕੀਤੇ ਕੰਮ ਦੇ ਸਿੱਟੇ ਵੀ ਨਿਕਲੇ ਆ, ਜਿੱਥੇ ਜਿੱਥੇ ਨਿਕਲੇ ਆ ਉਹਨਾਂ ਦੀ ਸਾਰਿਆਂ ਨੂੰ ਸ਼ਲਾਘਾ ਕਰਨੀ ਚਾਹੀਦੀ ਆ। ਸਾਡੇ ਸ਼ਲਾਘਾ ਕਰਨ ਦਾ ਰਿਵਾਜ ਨਹੀਂ। ਅਸੀਂ ਗਾਂ ਦੀਆਂ ਲੱਤਾਂ ਨੂੰ ਨਿਆਣਾ ਪਾ ਕੇ ਵੀ ਚੋਈਏ ਤੇ ਫਿਰ ਵੀ ਰੱਸੀ ਖੋਲ ਕੇ ਤੇ ਬਾਅਦ ਵਿੱਚ ਉਹਦੀ ਪਿੱਠ ਤੇ ਥਾਪੀ ਦੇਈਦੀ ਹੈ ਜੀ, ਕਿ ਸ਼ੁਕਰ ਹੈ ਸਾਡੇ ਪਰਿਵਾਰ ਲਈ ਤੂੰ ਦੁੱਧ ਦਿੱਤਾ। ਪਰ ਸਮਾਜ ਵਿੱਚ ਇਹ ਰਿਵਾਜ ਆ ਕਿ ਜਿਹੜੇ ਮਹਿਕਮੇ, ਜਿਹੜੇ ਲੋਕ ਸਾਡੇ ਸਮਾਜ ਦੀ ਸੇਵਾ ਕਰਦੇ ਆ, ਅਸੀਂ ਉਹਨਾਂ ਦੀ ਸੇਵਾ ਬਦਲੇ ਉਹਨਾਂ ਨੂੰ ਥਾਪੀ ਘੱਟ ਦਿੰਦੇ ਹਾਂ, ਸ਼ਾਬਾਸ਼ ਘੱਟ ਦਿੰਦੇ ਹਾਂ। ਬਹੁਤਾ ਕਰਕੇ ਅਸੀਂ ਨੁਕਸ ਲੱਭਦੇ ਹਾਂ। ਜਦੋਂ ਉਹਨਾਂ ਦੀ ਕੋਈ ਚੰਗੀ ਖਬਰ ਆਉਂਦੀ ਹੈ, ਅਸੀਂ ਨਾਲ ਆਸਾ ਪਾਸਾ ਵੇਖਦੇ ਹਾਂ, ਕੋਈ ਨਾ ਕੋਈ ਮਾੜੀ ਵੀ ਹੋਣੀ ਹੈ, ਇਹਦੇ ਗਿੱਟੇ ਸਿੱਕੀਏ ਜਰਾ।
ਜੀ ਉਹ ਕੰਮ ਛੱਡ ਕੇ ਆ ਜਿਹੜਾ ਹੈਪੀ ਨੋਟ ਹੈ, ਜਿਹੜੀਆਂ ਚੰਗੀਆਂ ਗੱਲਾਂ ਨੇ, ਇਹਨਾਂ ਨੂੰ ਵੀ ਕਦੇ ਨਾ ਕਦੇ ਨੋਟ ਕਰਨਾ ਚਾਹੀਦਾ, ਇਹਦੀ ਸ਼ਲਾਘਾ ਕਰਨੀ ਚਾਹੀਦੀ ਹੈ। ਜੀ ਰਮਨ ਸਾਹਿਬ, ਤੁਸੀਂ ਗੱਲ ਛੇੜ ਹੀ ਲਈ ਹੈ। ਚਲੋ ਵੀ ਹੈਪੀ ਨੋਟ ਤਾਂ ਹੋ ਗਿਆ, ਪਰ ਜਿਹੜਾ ਟਰੰਪ ਆ ਜੀ ਰੋਜ਼ ਕੁਛ ਨਾ ਕੁਛ ਕਰ ਦਿੰਦਾ। ਹੁਣ ਜਿਹੜਾ ਉਹਨੇ ਕੱਲ੍ਹ ਦਾ ਬਿਆਨ ਦਿੱਤਾ ਵੀ ਤੁਸੀਂ ਸੈਨੀਟਾਈਜ਼ਰ ਦਾ ਟੀਕਾ ਲਾ ਲਓ ਤੇ ਹੋਰ ਜਿਹੜੀਆਂ ਸਲਾਹਾਂ ਦਿੰਦਾ, ਉਹਨੂੰ ਕਿਵੇਂ ਦੇਖਦੇ ਹੋ? ਇੱਕ ਤਾਂ ਉਹਦਾ ਕਮਲ ਕਦਾਉਣਾ, ਇਹ ਕਮਲ ਕਦਾਉਣ ਤੋਂ ਹੈਗਾ, ਅਗਲੀ ਗੱਲ ਨਹੀਂ ਕੋਈ? ਨਾਨ ਸੀਰੀਅਸ ਬੰਦਾ। ਉਹਨੇ ਆਪਣੇ ਇੱਕ ਬੜੇ ਸੀਨੀਅਰ ਸਾਇੰਟਿਸਟ ਨੂੰ, ਡਾਕਟਰ ਰਿਕ ਬ੍ਰਾਈਟ ਨੂੰ ਕੱਢ ਦਿੱਤਾ। ਉਹ ਉਹਨਾਂ ਦੀ ਇੱਕ ਬਹੁਤ ਵੱਡੀ ਬਾਇਓਮੈਡੀਕਲ ਅਥਾਰਟੀ ਦਾ ਡਾਇਰੈਕਟਰ ਸੀ। ਜੀ। ਪੱਤਰਕਾਰਾਂ ਨੇ ਪੁੱਛਿਆ ਜੀ ਉਹਨੂੰ ਕਿਉਂ ਕੱਢਤਾ? ਕਹਿੰਦਾ ਕਿਹੜਾ ਰਿਕ ਬ੍ਰਾਈਟ, ਮੈਨੂੰ ਪਤਾ ਹੀ ਨਹੀਂ ਹੈ ਕੌਣ ਹੈ। ਨੈਸ਼ਨਲ ਲੈਵਲ ਦੇ ਬਾਇਓਮੈਡੀਕਲ ਜਿਹੜੀ ਅਥਾਰਟੀ ਆ ਉਹਦਾ ਉਹ ਹੈੱਡ ਸੀ, ਤੇ ਇਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ, ਆਪ ਕਢਾਤਾ, ਕਿਉਂਕਿ ਮਤਭੇਦ ਸਨ। ਜੀ। ਕੋਲ ਖਲੋ ਕੇ ਆਪਣੇ ਸਾਇੰਟਿਸਟਾਂ ਦੀ ਪ੍ਰੈਸ ਕਾਨਫਰੰਸ ਵਿੱਚ ਬੇਇੱਜ਼ਤੀ ਕਰਦਾ। ਉਹਨਾਂ ਕਹਿੰਦਾ ਹੋਗਾ, ਦਿਓ ਜਵਾਬ, ਇਸ ਤਰ੍ਹਾਂ ਬੇਇੱਜ਼ਤੀ ਕਰਦਾ। ਮਜ਼ਾਕ ਸੁਝਦੇ ਆ, ਇਹ ਮਜ਼ਾਕ ਦਾ ਮੌਕਾ ਕੋਈ? ਜਦੋਂ ਤੇਰੇ ਦੇਸ਼ ਵਿੱਚ 70 ਵਿਸ਼ੇ ਹੋਣ, ਦੁਨੀਆ ਵਿੱਚ ਅਜੇ ਤੱਕ ਜਿਹੜੀਆਂ ਮੌਤਾਂ ਨੇ 2 ਲੱਖ ਨਹੀਂ ਹੋਈਆਂ, 3000 ਘੱਟ ਨੇ। ਜੀ। ਤੇ ਜੇ 2 ਲੱਖ ਹੋਣ ਤੇ ਉਹਦਾ ਚੌਥਾ ਹਿੱਸਾ 50000 ਬਣਦੇ ਆ। ਤੇਰੇ 50 ਤੋਂ ਵੀ 2000 ਉੱਪਰ 52000 ਲੋਕ ਤੇਰੇ ਦੇਸ਼ ਵਿੱਚ ਮਰ ਗਏ ਨੇ। ਤੈਨੂੰ ਤੇ ਰੋਟੀ ਨਹੀਂ ਸੰਗੋਂ ਲੰਘਣੀ ਚਾਹੀਦੀ ਜੀ। ਪਰ ਤੂੰ ਮਜ਼ਾਕ ਕਰਦਾ ਪਿਆ ਕਿ ਸੈਨੀਟਾਈਜ਼ਰ ਦਾ ਟੀਕਾ ਲਾ ਦਿਓ। ਔਰ ਸਾਇੰਟਿਸਟ ਇਸ ਗੱਲ ਦੇ ਉੱਤੇ ਬਹੁਤ ਉਹਨਾਂ ਨੁਕਤਾਚੀਨੀ ਕੀਤੀ ਹੈ ਕਿ ਕਿਸ ਤਰ੍ਹਾਂ ਦਾ ਰਾਸ਼ਟਰਪਤੀ ਹੈ ਜਿਹੜਾ ਰਾਸ਼ਟਰ ਨੂੰ, ਯਾਨੀ ਆਪਣੇ ਦੇਸ਼ ਨੂੰ ਤੇ ਦੇਸ਼ ਵਾਸੀਆਂ ਨੂੰ ਮਜ਼ਾਕ ਕਰਦਾ ਪਿਆ। ਜੀ। ਇੱਥੇ ਹੁਣ ਇੱਕ ਗੱਲ ਪੰਜ ਸਾਹਿਬ ਮੈਂ ਸਮਝਣੀ ਚਾਹੁੰਦਾ। ਆਪਾਂ ਮੇਰਾ ਖਿਆਲ 1-2 ਦਿਨ ਅਜੇ ਕੱਲ੍ਹ ਵੀ ਆਪਾਂ ਗੱਲ ਕਰਦੇ ਸੀ ਵੀ ਇੱਕ ਪਾਸੇ ਤੇ ਤੁਸੀਂ ਆਪਣੇ ਦੇਸ਼ 'ਚ ਇੰਨੇ ਕੁ ਸੀਰੀਅਸ ਹੋ ਕਿ ਵੀ ਬਿਆਨ ਤੁਸੀਂ ਇਹੋ ਜਿਹੇ ਦਿੰਦੇ ਹੋ, ਤੇ ਦੂਜੇ ਪਾਸੇ ਤੁਸੀਂ ਘੁੰਮ ਫਿਰ ਕੇ ਫੇਰ ਚਾਈਨਾ ਦੇ ਉੱਪਰ ਆ ਜਾਂਦੇ ਹੋ ਵੀ ਦੇਖੋ ਜੀ ਇਹਨੇ ਆਹ ਕੁਛ ਕੀਤਾ, ਇਹਨੂੰ ਇਹਦੇ ਸਿੱਟੇ ਭੁਗਤਣੇ ਪੈਣਗੇ। ਇੱਕ ਤਾਂ ਇੱਦਾਂ ਦੇ ਨੇ ਕਿ ਵੀ ਆਪਣੇ ਕੋਲੋਂ ਮੁਸ਼ਕਿਲ ਨਹੀਂ ਸੰਭਾਲੀ ਗਈ ਤੇ ਆਪਾਂ ਇੱਦਾਂ ਕਰਦੇ ਵੀ ਲੋਕਾਂ ਦਾ ਧਿਆਨ ਚਾਈਨਾ ਵਾਲੇ ਪਾਸੇ ਲਾ ਦਈਏ ਤਾਂ ਜੋ ਆਪਣੇ ਤੇ ਗੱਲ ਨਾ ਆਵੇ। ਇੱਦਾਂ ਨਹੀਂ, ਉਹ ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ। ਚਾਈਨਾ ਦਾ ਇਹ 'ਚ ਕੀ ਰੋਲ ਆ ਕੀ ਨਹੀਂ, ਦੁਨੀਆ ਦੇ ਕੁਝ ਦੇਸ਼ ਉਹਦੇ ਪੱਖ 'ਚ ਆ, ਕੁਝ ਅਮਰੀਕਾ ਦੀ ਆਂਚ ਬਣਾਉਂਦੇ ਆ। ਜੀ। ਫਰਾਂਸ ਤਾਂ ਅਮਰੀਕਾ ਦਾ ਜੋੜੀਦਾਰ ਸੀ, ਉਹ ਚੀਨ ਦੀ ਆਂਚ ਬਣਾਉਂਦਾ। UNO ਦੇ ਵਿੱਚੋਂ WHO ਅਜੇ ਤੱਕ ਥੋੜ੍ਹਾ ਜਿਹਾ ਚੀਨ ਵਾਲੇ ਪਾਸੇ ਉਲਾਰ ਜਾਪਦਾ। ਪਰ ਜਿਹੜਾ UNO ਦਾ ਸੈਕਟਰੀ ਜਨਰਲ ਹੈ, ਉਹਨੇ ਬੜਾ ਨਿਊਟਰਲ ਸਟੈਂਡ ਲਿਆ ਕਿ ਇਹ ਲੜਾਈ ਇਹੋ ਜਿਹੀ ਆ ਕਿ ਨੁਕਸ ਕੱਢਣੇ ਆ, ਬਾਅਦ 'ਚ ਕਰ ਲਾਂਗੇ। ਜੀ। ਪਹਿਲਾ ਕੰਮ ਹੈ ਕਿ ਜਿਹੜਾ ਅਣਦਿਸਦਾ ਦੁਸ਼ਮਣ ਹੈ, ਜਿਹਨੂੰ ਤੁਸੀਂ ਵੇਖ ਹੀ ਨਹੀਂ ਸਕਦੇ, ਕਰੋਨਾ ਵਾਇਰਸ, ਉਹਦੇ ਖਿਲਾਫ ਲੜਾਈ 'ਚ ਸਾਰੇ ਇੱਕ ਦੂਸਰੇ ਦਾ ਸਹਿਯੋਗ ਕਰੋ। ਉਹਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਮੈਂ ਇਹ ਸਾਫ਼ ਕਹਿਣਾ ਕਿ ਕਿਸੇ ਵੀ ਦੇਸ਼ ਵਿੱਚ ਟੈਸਟ ਕੀਤਾ ਕੋਈ ਟੀਕਾ ਕਾਮਯਾਬ ਹੋ ਜਾਵੇ, ਇੰਜੈਕਸ਼ਨ ਕਾਮਯਾਬ ਹੋ ਜਾਵੇ, ਉਹਦੀ ਸਪਲਾਈ ਸਾਰੇ ਦੇਸ਼ਾਂ ਨੂੰ ਮਿਲੂਗੀ। ਜੀ। ਇਹੋ ਜਿਹੇ ਮੌਕੇ ਦੇ ਉੱਤੇ ਕੋਈ ਦੇਸ਼ ਉੱਤੇ ਜਕੜ ਨਹੀਂ ਰੱਖ ਸਕਦਾ ਕਿ ਮੇਰਾ ਹੀ ਹੈ, ਸਾਰਿਆਂ ਨੂੰ ਦਿਆਂਗੇ। ਹੁਣ ਕੱਲ੍ਹ ਨੂੰ ਦੇਸ਼ਾਂ ਵਾਲੇ ਉਹਦੀ ਗੱਲ ਮੰਨਦੇ ਕਿ ਨਹੀਂ ਮੰਨਦੇ, UNO ਦੀਆਂ ਕਈ ਗੱਲਾਂ ਦੇਸ਼ਾਂ ਵਾਲੇ ਨਹੀਂ ਵੀ ਮੰਨਦੇ। ਜੀ। ਜੇ ਕਮਾਈ ਦਾ ਖਿਆਲ ਰੱਖਣ ਤਾਂ ਸ਼ਾਇਦ ਨਾ ਮੰਨਣ, ਪਰ ਉਹਦੇ ਵੱਲੋਂ ਇਹ ਕਹਿਣਾ ਕਿ ਸਾਰਿਆਂ ਨੂੰ ਇੱਕੋ ਜਿਹਾ ਵਿਹਾਰ ਕੀਤਾ ਜਾਊ, ਇਹ ਗੱਲ ਉਤਸ਼ਾਹ ਵਧਾਉਂਦੀ। ਜੀ। ਤੇ ਇੱਕ ਅਮਰੀਕਾ ਤੋਂ ਜਿਹੜੀ ਹੋਰ ਖਬਰ ਆਈ ਜੀ ਮਾੜੀ, ਕਿ ਕੋਈ ਇੱਕ ਤੇ ਪੰਜਾਬੀ ਸੀਗਾ ਤੇ ਉਹਨੂੰ ਜਿੱਦਾਂ ਆਪਣੇ ਇੱਧਰ ਸਟੋਰ ਕਰਨ ਦੀ ਆਦਤ ਹੁੰਦੀ ਹੈ, ਇੱਦਾਂ ਉਹਨੇ ਮੈਡੀਕਲ ਨਾਲ ਇਕਵਿਪਮੈਂਟ ਜਿਹੜੇ ਰਿਲੇਟਡ ਸੀ ਉਹਨਾਂ ਦਾ ਭੰਡਾਰਨ ਕੀਤਾ ਤੇ ਹੁਣ ਉਹ ਕਾਬੂ ਆ ਗਿਆ ਜੀ। ਇਹ ਮਾੜੀ ਗੱਲ ਹੋਈ ਆ। ਉਹਦਾ ਨਾਂ ਸਰਦਾਰ ਦਾ ਹੈਗਾ ਅਮਰਦੀਪ ਸਿੰਘ ਬਾਬੀ ਸਿਧਾਣਾ। ਜੀ। ਨਿਊਯਾਰਕ ਵਿੱਚ ਉਹਦੇ ਕੁਝ ਸਟੋਰ ਨੇ, ਉਹਦੇ ਉੱਤੇ ਰੇਡ ਕੀਤਾ ਗਿਆ। ਰੇਡ ਕਰਨ 'ਤੇ ਵੇਖਿਆ ਕਿ ਜਿਹੜੀਆਂ ਇਸ ਵੇਲੇ ਲੋਕਾਂ ਨੂੰ ਮੈਡੀਕਲ ਵਾਸਤੇ ਬਹੁਤ ਜ਼ਰੂਰੀ ਚੀਜ਼ਾਂ ਚਾਹੀਦੀਆਂ ਨੇ, ਉਹਨੇ ਸਟੋਰ ਕਰਕੇ ਰੱਖੀਆਂ। ਉਹ ਜਿਹੜੇ ਰੇਟ ਦੇ ਉੱਤੇ ਚੋਰੀ ਕਰਕੇ ਵਧਾ ਕੇ ਵੇਚਦਾ, ਉਹ ਰੇਟ 1328% ਦੱਸਿਆ ਗਿਆ। ਜੀ। ਹੁਣ 1328% ਇਹ ਇੰਨਾ ਰੇਟ ਉਹਨੇ ਕਿੱਦਾਂ ਚੜ੍ਹਾਤਾ? ਇਹਦਾ ਮਤਲਬ ਇੱਕ 100 ਰੁਪਏ ਵਾਲੀ ਚੀਜ਼ 1300 ਨੂੰ ਵੇਚਦਾ ਹੋਵੇਗਾ। ਜੀ। ਤੇ ਜੇ 1328 ਨੂੰ ਵੇਚ ਰਿਹਾ ਹੋਵੇਗਾ, ਜੀ। ਇਹਦਾ ਮਤਲਬ ਬਹੁਤ ਮੋਟੀ ਕਮਾਈ ਉਹ ਕਰ ਰਿਹਾ ਸੀ। ਜਦੋਂ ਉੱਥੇ ਰੇਡ ਕੀਤਾ ਗਿਆ, ਉਹਦੇ ਕੋਲੋਂ 1 ਲੱਖ ਤਾਂ ਫੇਸ ਮਾਸਕ ਸਟੋਰ ਕੀਤੇ ਮਿਲੇ, ਔਰ ਫੇਸ ਮਾਸਕ ਵੀ ਜਿਹੜੇ ਸਰਜੀਕਲ ਕਿਸਮ ਦੇ ਹੁੰਦੇ, ਡਾਕਟਰਾਂ ਦੇ ਵਰਤਣ ਵਾਲੇ। ਜੀ। 50,000 ਗਲਵਜ਼ ਮਿਲੇ, ਦਸਤਾਨੇ ਡਿਸਪੋਜ਼ੇਬਲ, ਜਿਹੜੇ ਵਰਤੀ ਦੇ ਅਤੇ ਸੁੱਟ ਦੇ। ਸਭ ਤੋਂ ਵੱਡੀ ਗੱਲ ਇਹ ਕਿ ਜਿਹੜੇ ਮੈਡੀਕਲ ਸਟਾਫ 'ਤੇ ਪਾਉਣ ਵਾਲੀਆਂ ਫੁੱਲ ਬਾਡੀ ਕਿੱਟਾਂ ਹੁੰਦੀਆਂ, ਸੂਟਸ ਹੁੰਦੇ ਨੇ, ਫੁੱਲ ਬਾਡੀ ਸੂਟਸ, ਜੀ, 2500 ਉਹ ਵੀ ਲਗਾ ਕੇ ਰੱਖੇ ਸੀ। ਲੱਖਾਂ ਡਾਲਰਾਂ ਦਾ ਮਾਲ ਉਹਦੇ ਕੋਲ ਫੜਿਆ ਗਿਆ। ਸਾਰਾ ਮਾਲ, ਇਹਦਾ ਵਜ਼ਨ ਪਤਾ ਕਿੰਨਾ ਬਣਦਾ? ਜੀ, 5.6 ਟਨ। ਜੀ,
ਇਹਦਾ ਮਤਲਬ 56 ਕੁਇੰਟਲ ਮਾਲ ਉਹਦੇ ਕੋਲੋਂ ਫੜਿਆ ਗਿਆ। ਪਹਿਲਾਂ ਉਹਨੇ ਵੇਚਿਆ ਕਿੰਨਾ ਇਹ ਨਹੀਂ ਪਤਾ, ਜੀ ਤੇ ਫੜਿਆ ਕਿਹੜੇ ਸ਼ਹਿਰ 'ਚ ਗਿਆ? ਉਸ ਨਿਊਯਾਰਕ ਸ਼ਹਿਰ 'ਚ ਫੜਿਆ ਗਿਆ। ਨਿਊਯਾਰਕ ਸਟੇਟ ਦੇ ਵਿੱਚ ਹੁਣ ਤੱਕ 21,291 ਮੌਤਾਂ ਹੋ ਚੁੱਕੀਆਂ, ਤੇ ਨਿਊਯਾਰਕ ਸ਼ਹਿਰ ਦੇ ਵਿੱਚ ਹੀ 10,000 ਦੇ ਨੇੜੇ ਤੇੜੇ ਆ। ਜਿਹੜੇ ਸ਼ਹਿਰ 'ਚ ਗਲੀ ਗਲੀ 70 ਵਿਛੇ ਪਏ ਆ, ਤੇ ਸਾਡਾ ਬੰਦਾ ਉੱਥੇ ਵੀ ਜਾ ਕੇ ਕੁਝ ਕਰਦਾ ਰਿਹਾ। ਉਹਨਾਂ ਦਾ ਇੱਕ ਐਕਟ ਆ, ਸ਼ਾਇਦ ਉਹ DPA ਐਕਟ ਹੈ, ਜੀ ਉਹ ਬਹੁਤ ਪੁਰਾਣਾ, ਕਿਤੇ 1950-60 ਦਾ ਬਣਿਆ ਹੋਇਆ, ਖਾਸ ਮੌਕਿਆਂ ਤੇ ਲਾਗੂ ਕਰਦੇ ਆ। ਉਹ ਪਿਛਲੀ ਸ਼ਾਇਦ 18 ਮਾਰਚ ਨੂੰ ਲਾਗੂ ਕੀਤਾ ਗਿਆ ਸੀ ਕਿ ਜਿਹੜਾ ਕੋਈ ਇਹੋ ਜਿਹੀਆਂ ਚੀਜ਼ਾਂ ਸਟੋਰ ਕਰਦਾ ਫੜਿਆ ਗਿਆ, ਉਹਦੇ ਖਿਲਾਫ ਐਸ ਸਖਤ ਕਾਨੂੰਨ DPA ਦੇ ਅੰਡਰ ਹੋਵੇਗੀ ਕਾਰਵਾਈ। ਜੀ ਤੇ 18 ਮਾਰਚ ਤੋਂ ਬਾਅਦ 18 ਅਪ੍ਰੈਲ ਵੀ ਲੰਘ ਗਈ, ਤੇ ਇੱਕ ਹਫ਼ਤਾ ਹੋਰ ਵੀ ਲੰਘ ਗਿਆ, ਸਵਾ ਮਹੀਨੇ ਬਾਅਦ ਅਜੇ ਤੱਕ ਕਿਸੇ ਇੱਕ ਦੇ ਉੱਤੇ ਵੀ ਉਹ ਐਕਟ ਲਾਗੂ ਨਹੀਂ ਸੀ ਹੋਇਆ। ਤੇ ਜੇ ਲਾਗੂ ਹੀ ਹੋਇਆ ਤੇ ਸ਼ਰਮ ਵਾਲੀ ਗੱਲ ਇਹ ਆ ਕਿ ਪਹਿਲੀ ਵਾਰੀ ਸਾਡੇ ਪੰਜਾਬੀ ਭਰਾ ਦੇ ਉੱਤੇ ਲਾਗੂ ਹੋਇਆ, ਇੰਡੀਅਨ ਪੰਜਾਬੀ ਅਮਰਦੀਪ ਸਿੰਘ, ਬੌਬੀ ਸਿਧਾਣਾ, ਉਹਦੇ ਤੇ ਲਾਗੂ ਹੋਇਆ। ਸ਼ਰਮ ਵਾਲੀ ਗੱਲ। ਜੀ ਚਲੋ ਆਪਾਂ ਭਾਰਤ ਵਾਲੇ ਪਾਸੇ ਆਈਏ ਪਨ ਸਾਹਿਬ। ਇੱਧਰ ਵੀ ਹੁਣ ਜਿੱਦਾਂ ਸਰਕਾਰ ਨੇ ਕਿਹਾ ਕਿ ਵੀ ਦੁਕਾਨਾਂ ਜਿਹੜੀਆਂ ਨੇ ਉਹ ਖੋਲ੍ਹੀਆਂ ਜਾ ਸਕਦੀਆਂ ਨੇ, ਕਿਹੜੀਆਂ ਖੋਲ੍ਹੀਆਂ ਜਾ ਸਕਦੀਆਂ, ਕਿੱਥੇ ਖੋਲ੍ਹੀਆਂ ਜਾ ਸਕਦੀਆਂ, ਤੇ ਕੁਝ ਥਾਵਾਂ ਤੇ ਸਾਰੇ ਕੁਛ ਦੇ ਲਈ ਕਨਫਿਊਜ਼ਨ ਤਾਂ ਹੈਗੀ ਆ, ਪਰ ਜਿਹੜਾ ਲੋਕਲ ਲੈਵਲ ਦਾ ਪ੍ਰਸ਼ਾਸਨ ਹੈ ਉਹ ਇਸ ਚੀਜ਼ ਦੀ ਇਜਾਜ਼ਤ ਨਹੀਂ ਦੇ ਰਿਹਾ ਵੀ ਨਹੀਂ ਜੀ ਅਸੀਂ ਇਹਦੀ ਇਜਾਜ਼ਤ ਨਹੀਂ ਦੇਣੀ। ਇਹਨੂੰ ਸਮਝਾਓ ਥੋੜ੍ਹਾ ਜਿਹਾ। ਲੋਕਲ ਲੈਵਲ ਦਾ ਪ੍ਰਸ਼ਾਸਨ ਜਿਹੜਾ ਸਾਡਾ ਪੰਜਾਬ ਦਾ, ਇਹਨੂੰ ਅਸੀਂ ਬਾਕੀਆਂ ਤੋਂ ਵੱਖਰਾ ਰੱਖੀਏ। ਜੀ ਸਾਰੇ ਦੇਸ਼ ਵਿੱਚ ਲਾਕਡਾਊਨ ਆ, ਪੰਜਾਬ 'ਚ ਕਰਫਿਊ ਆ। ਕਰਫਿਊ ਤੇ ਲਾਕਡਾਊਨ ਦੇ ਵਿੱਚ ਫਰਕ ਹੁੰਦਾ, ਕਰਫਿਊ ਵੱਧ ਸਖਤ ਹੁੰਦਾ। ਜੀ ਇੱਥੇ ਪ੍ਰਸ਼ਾਸਨ ਆਪਣੀ ਮਰਜ਼ੀ ਨਾਲ ਕੁਝ ਛੋਟਾਂ ਦੇਵੇਗਾ, ਕੁਝ ਨਹੀਂ ਦੇਵੇਗਾ। ਜਿਹੜੇ ਬਾਕੀ ਥਾਵਾਂ ਤੇ ਦੇਸ਼ ਵਿੱਚ ਉੱਥੇ ਉਹਨਾਂ ਨੇ ਕਹਿ ਤਾ ਕਿ ਜ਼ਰੂਰੀ ਸਮਾਨ ਦੀਆਂ ਜਿਹੜੀਆਂ ਦੁਕਾਨਾਂ ਨੇ ਕੁਝ ਖੁੱਲ੍ਹਣਗੀਆਂ, ਸਮਾਂ ਦੇ ਦਿੱਤਾ, ਔਰ ਇਹ ਵੀ ਆਖਿਆ ਕਿ ਜਿਹੜੇ ਉਸ ਦੁਕਾਨ ਵਿੱਚ ਕੰਮ ਕਰਦਾ ਸਟਾਫ ਹੈ, ਇੰਨੇ ਫਾਸਲੇ ਤੇ ਖਲੋਤਾ ਹੋਣਾ ਚਾਹੀਦਾ, ਇੱਕ ਦੂਜੇ ਦੇ ਨੇੜੇ ਨਹੀਂ ਜਾਣਾ। ਜਿਹੜੇ ਗਾਹਕ ਆਉਣਗੇ ਉਹ ਵੀ ਇੱਕ ਦੂਸਰੇ ਤੋਂ ਇੰਨਾ ਫਾਸਲਾ ਰੱਖ ਕੇ ਚੱਲਣਗੇ, ਇਕੱਠੇ ਨਹੀਂ ਹੋਣਗੇ। ਸ਼ਾਪਿੰਗ ਮਾਲ ਜਿਹੜੇ ਨੇ, ਜਿਹੜਾ ਤੇ ਸਟੋਰ ਇੱਕੋ ਤੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਨੇ, ਉਹ ਤਾਂ ਇਸ ਤਰ੍ਹਾਂ ਖੁੱਲ੍ਹ ਜਾਵੇਗਾ ਕਿ ਸਟਾਫ ਇੰਨੇ ਫਾਸਲੇ ਤੇ ਹੋਵੇ, ਜੀ ਕਸਟਮਰ ਇੰਨੇ ਫਾਸਲੇ ਤੇ ਹੋਣ। ਕੁਝ ਸ਼ਾਪਿੰਗ ਮਾਲ ਇਹੋ ਜਿਹੇ ਆ ਜਿਹੜੇ ਵੱਡਾ ਮਾਲ ਆ, ਉਹਦੇ ਵਿੱਚ ਕੱਪੜੇ ਦੀਆਂ ਦੁਕਾਨਾਂ ਵੀ ਨੇ, ਉਹਦੇ ਵਿੱਚ ਬਿਸਕੁਟਾਂ ਦਾ ਸਟੋਰ ਵੀ ਆ, ਉਹਦੇ ਵਿੱਚ ਇਲੈਕਟ੍ਰੋਨਿਕਸ ਦਾ ਸਮਾਨ ਵੀ ਆ। ਅੱਡ ਦੁਕਾਨਾਂ ਨੇ, ਅੱਡ ਕਾਊਂਟਰ ਨੇ, ਪਰ ਉਹ ਬਾਹਰੋਂ ਇੱਕੋ ਹੀ ਸ਼ਾਪਿੰਗ ਮਾਲ ਆ। ਜਿਹੜਾ ਇਹੋ ਜਿਹਾ ਸ਼ਾਪਿੰਗ ਮਾਲ ਆ, ਉਹਦੀ ਪਰਮਿਸ਼ਨ ਨਹੀਂ ਦਿੱਤੀ। ਜੀ ਸਿਨੇਮੇ ਦੀ, ਥੀਏਟਰ ਹਾਲ ਦੀ, ਕਿਸੇ ਸੈਮੀਨਾਰ ਹਾਲ ਦੀ, ਆਡੀਟੋਰੀਅਮ ਦੀ, ਅਸੈਂਬਲੀ ਹਾਲ ਦੀ, ਇਹਨਾਂ 'ਚੋਂ ਕਿਸੇ ਦੀ ਪਰਮਿਸ਼ਨ ਨਹੀਂ ਦਿੱਤੀ ਗਈ। ਹੱਦਾਂ ਰੱਖੀਆਂ ਗਈਆਂ। ਬੱਚਿਆਂ ਦੀਆਂ ਕਲਾਸਿਸ ਸ਼ੁਰੂ ਹੋਣੀਆਂ ਨੇ, ਭਾਵੇਂ ਆਨਲਾਈਨ ਹੀ ਚਲਾਉਣੀਆਂ ਪੈਣ, ਉਹਨਾਂ ਨੂੰ ਸਮਾਨ ਤਾਂ ਚਾਹੀਦਾ। ਉਹਨਾਂ ਦੀਆਂ ਸਟੇਸ਼ਨਰੀ ਦੀਆਂ, ਕਿਤਾਬਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ। ਇਹ ਗਿਣਵੀਆਂ ਕੁਝ ਗੱਲਾਂ ਦੀ ਆਗਿਆ ਦਿੱਤੀ ਗਈ ਹੈ ਤੇ ਬਾਕੀਆਂ ਦੀ ਨਹੀਂ ਦਿੱਤੀ ਗਈ। ਸਾਰਾ ਕੁਝ ਗਿਣ-ਮਿਥ ਕੇ ਕੀਤਾ ਗਿਆ। ਪੰਜਾਬ ਵਿੱਚ ਬਾਕੀ ਗੱਲਾਂ ਥੋੜ੍ਹੀਆਂ ਵੱਖਰੀਆਂ। ਹੁਣ ਬਾਕੀ ਦੇਸ਼ ਵਿੱਚ ਜਦੋਂ ਨਹੀਂ ਸੀ, ਉਦੋਂ ਹੀ ਪੰਜਾਬ ਦੇ ਵਿੱਚ ਜਿਹੜੇ ਖੇਤੀ ਮਸ਼ੀਨਰੀ ਵਾਲੇ ਨੇ, ਟਰੈਕਟਰ ਕੰਬਾਈਨਾਂ ਵਾਲੇ, ਉਹ ਬਣਾਉਣ ਵਾਲੇ ਵੀ, ਵੇਚਣ ਵਾਲੇ ਵੀ, ਮੁਰੰਮਤ ਕਰਨ ਵਾਲੇ ਵੀ, ਤਿੰਨਾਂ ਨੂੰ ਪਹਿਲਾਂ ਹੀ ਆਗਿਆ ਦੇ ਦਿੱਤੀ ਸੀ। ਹੁਣ ਅੱਡ ਥਾਵਾਂ ਦੇ ਉੱਤੇ ਜਦੋਂ ਕੰਬਾਈਨਾਂ ਚੱਲਣੀਆਂ, ਕਿਸੇ ਦੀ ਬੈਟਰੀ ਖਰਾਬ ਹੋ ਸਕਦੀ ਹੈ। ਜੀ ਬੈਟਰੀ ਹੋਵੇ, ਬੈਟਰਾ ਹੋਵੇ, ਉਹਦੇ ਵਾਸਤੇ ਜਿਹੜੀਆਂ ਇਲੈਕਟ੍ਰੋਨਿਕਸ ਦੀਆਂ ਦੁਕਾਨਾਂ ਨੇ, ਉਹਨਾਂ ਨੂੰ ਵੀ ਖੁੱਲ੍ਹ ਦੇ ਦਿੱਤੀ ਹੈ। ਨਾਲ ਹੀ ਕਹਿ ਦਿੱਤਾ ਕਿ ਕਿਸੇ ਦੇ ਘਰ ਦੇ ਵਿੱਚ ਕੋਈ ਇਨਵਰਟਰ ਵਗੈਰਾ ਖਰਾਬ ਹੋ ਗਿਆ, ਤੁਸੀਂ ਰਿਪੇਅਰ ਕਰਨ ਵਾਸਤੇ ਉਹ ਬਕਾਇਦਾ ਪਰਮਿਟ ਉਹਨਾਂ ਦਿੱਤੇ ਹੋਏ ਨੇ, ਪਾਸ ਦਿੱਤੇ ਨੇ, ਉਹਨਾਂ ਦੇ ਉੱਤੇ ਕੁਝ ਕੰਮ ਚੱਲਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਜ਼ਰੂਰੀ ਸੇਵਾਵਾਂ ਨੇ, ਪਰ ਬਾਕੀ ਨਹੀਂ ਦਿੱਤੀ। ਬਿਲਕੁਲ ਸਹੀ ਗੱਲ। ਅੱਛਾ, ਆਪਾਂ ਇੰਡੀਆ ਦੀ ਗੱਲ ਕਰਦੇ ਹਾਂ ਜਦੋਂ, ਤਾਂ ਉਹਦੇ ਬਾਅਦ ਫਿਰ ਆਪਾਂ ਪੰਜਾਬ ਦੀ ਗੱਲ ਵੀ ਕਰ ਲਈ ਜੀ, ਵੀ ਇੱਥੇ ਕੀ ਸਟੇਟਸ ਹੈ। ਇੱਥੇ ਥੋੜ੍ਹੀਆਂ ਜਿਹੀਆਂ ਵੱਧ ਪਾਬੰਦੀਆਂ ਨੇ ਜੀ। ਜਿਹੜੇ ਸਟੋਰ ਵੀ ਖੁੱਲ੍ਹੇ ਆ, ਉਹਨਾਂ ਦੇ ਉੱਤੇ ਵੀ ਪਾਬੰਦੀਆਂ ਨੇ। ਨਹੀਂ, ਜਿਹੜਾ ਇਹ ਕਿਹਾ ਜਾਂਦਾ ਕਿ ਜਿਹੜਾ ਮਿਊਨਿਸਪਲ ਕਮੇਟੀ ਦੀ ਹੱਦ ਆ, ਮਿਊਨਿਸਪੈਲਿਟੀ ਦੀ ਹੱਦ ਆ, ਉਹਦੇ 'ਚ ਕੋਈ ਦੁਕਾਨ ਨਹੀਂ ਖੁੱਲੂਗੀ। ਉਸ ਤੋਂ ਬਾਅਦ ਜਿਹੜਾ ਦੂਰ ਦਾ ਏਰੀਆ, ਕੋਈ ਪਿੰਡਾਂ ਥਾਵਾਂ ਦਾ, ਉੱਥੇ ਕੋਈ ਵਿਰਲੀਵਾਂ ਦੀ ਦੁਕਾਨ ਖੁੱਲ੍ਹ ਸਕਦੀ। ਨਹੀਂ, ਮਿਊਨਿਸਪਲ ਏਰੀਆ ਦੇ ਵਿੱਚ ਵੀ ਜ਼ਰੂਰੀ ਸਮਾਨ ਦੀਆਂ ਦੁਕਾਨਾਂ, ਜੀ, ਗਰੋਸਰੀ ਵਾਲੀਆਂ 94 ਸਟੋਰ ਜਿਹੜੇ ਆ ਉਹ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਨੰਬਰ 1। ਨੰਬਰ 2, ਜਿਹੜੇ ਇਲੈਕਟ੍ਰੋਨਿਕਸ ਵਾਲੇ ਨੇ, ਉਹ ਆਮ ਤੌਰ 'ਤੇ ਨਹੀਂ, ਪਰ ਜਿਹੜੇ ਐਸੈਂਸ਼ੀਅਲ ਸਰਵਿਸ ਵਾਲੇ ਨੇ, ਲੋਕਾਂ ਦੇ ਘਰਾਂ 'ਚ AC ਰਿਪੇਅਰ ਕਰਨ ਜਾਣਾ, ਇਹੋ ਜਿਹੇ ਕੁਝ ਲੋਕਾਂ ਨੂੰ ਛੋਟ ਦਿੱਤੀ ਗਈ ਹੈ। ਮੈਂ AC ਬਾਰੇ ਵੀ ਉਹ ਆਖਿਆ, ਤੇ ਦੂਸਰਾ ਜਿਹੜਾ ਹੈਗਾ ਇਨਵਰਟਰ ਵੀ ਕਿਸੇ ਦਾ ਖਰਾਬ ਹੁੰਦਾ। ਮੈਡੀਕਲ ਨਾਲ ਸੰਬੰਧਿਤ ਦੁਕਾਨਾਂ, ਕੈਮਿਸਟ ਸ਼ਾਪਸ, ਉਹ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਇਹ ਇੱਥੇ ਜਲੰਧਰ ਵਿੱਚ ਵੀ ਹੈ, ਲੁਧਿਆਣੇ 'ਚ ਵੀ ਹੈ, ਕੁਝ ਥਾਵਾਂ 'ਤੇ ਛੋਟਾਂ ਦਿੱਤੀਆਂ ਗਈਆਂ ਨੇ,
ਤੇ ਉਹ ਚੱਲਦੀਆਂ ਪਈਆਂ, ਇਹਨਾਂ ਤੇ ਸਖਤੀ ਕੋਈ ਨਹੀਂ ਕਰਦੇ। ਹਾਂ, ਜਿੱਥੇ ਕੋਈ ਫੜਿਆ ਜਾਂਦਾ ਕਿ ਉਹ ਖਰਾਬੀ ਕਰਦਾ, ਉਹਦੇ ਉੱਤੇ ਫਿਰ ਪਾਬੰਦੀ ਸਖਤ ਕਰ ਦਿੱਤੀ ਜਾਂਦੀ ਹੈ ਜੀ। ਜਿਹੜੀ ਘਰਾਂ ਨੂੰ ਸਪਲਾਈ ਆ, ਹਰ ਗਲੀ ਦੇ ਵਿੱਚ ਲਗਭਗ ਆ ਜਿਹੜੇ ਹਾਫ ਟਰੱਕ ਨੇ, ਜਿਹਨੂੰ ਟਾਟਾ ਦਾ ਛੋਟਾ ਹਾਥੀ ਕਹਿੰਦੇ ਆ ਜੀ, ਉਹ ਵੀ ਸਰਕਾਰ ਦੀ ਪਰਮਿਸ਼ਨ ਨਾਲ ਸ਼ੀਸ਼ੇ ਦੇ ਉੱਤੇ ਪਰਮਿਟ ਵੀ ਲਾ ਕੇ ਤੇ ਰੇਟ ਲਿਸਟ ਵੀ ਲਾ ਕੇ ਘੁੰਮਦੇ ਆ, ਸਮਾਨ ਵੇਚਦੇ ਆ। ਰੇਹੜੀਆਂ ਵਾਲੇ ਵੀ ਆ ਰਹੇ ਆ। ਜੀ, ਹੁਣ ਇਹਦੇ 'ਚ ਇੱਕ ਗੱਲ ਨੋਟ ਕਰਨ ਵਾਲੀ ਉਹ ਇਹ ਕਿ ਇਹਦੇ 'ਚ ਕਿਸਾਨ ਵੀ ਲੁੱਟਿਆ ਜਾ ਰਿਹਾ ਤੇ ਖਪਤਕਾਰ ਕਸਟਮਰ ਵੀ ਲੁੱਟਿਆ ਜਾ ਰਿਹਾ। ਜੀ, ਕਿਸਾਨਾਂ ਨੂੰ ਮੰਡੀ ਵਿੱਚ ਥਾਂ ਥੋੜ੍ਹਾ, ਸਵੇਰੇ ਸਬਜ਼ੀ ਮੰਡੀ ਲਿਆਉਂਦੇ ਆ, ਉਹਨਾਂ 'ਚੋਂ ਬਹੁਤਿਆਂ ਨੂੰ ਬਾਹਰ ਰੋਕ ਦਿੱਤਾ ਜਾਂਦਾ। ਉੱਥੇ ਆ ਕੇ ਆੜ੍ਹਤੀਏ ਅਸਲੀ ਮੁੱਲ ਤੋਂ ਘੱਟ ਤੇ ਉਹਨਾਂ ਦੀ ਸਬਜ਼ੀ ਲੈਂਦੇ ਆ ਕਿ ਤੁਹਾਨੂੰ ਤੇ ਅੰਦਰ ਨਹੀਂ ਐਂਟਰ ਕੀਤਾ ਜਾਣਾ ਤੇ ਤੁਹਾਨੂੰ ਸਬਜ਼ੀ ਲੈ ਕੇ ਵਾਪਸ ਮੁੜਨਾ ਪੈਣਾ। ਉਹ ਲੱਗੇ ਭਾਅ ਤੇ ਦੇ ਜਾਂਦੇ। ਜੀ, ਉੱਥੋਂ ਫਿਰ ਟਰੱਕਾਂ ਦੇ ਟਰੱਕ ਲੈ ਕੇ ਆਪਣੇ ਕੁਝ ਗਿਣਵੇਂ ਬੰਦਿਆਂ ਕੋਲ ਪਾਸ ਹੈ, ਉਹਨਾਂ ਨੇ ਅੱਗੋਂ ਜਿਹੜੇ ਛੋਟੇ ਦੁਕਾਨਦਾਰ ਹੈ ਉਹਨਾਂ ਨਾਲ ਗੱਲ ਕੀਤੀ ਆ। ਉਹਨਾਂ ਨੂੰ ਫਿਰ ਟਰੱਕਾਂ 'ਚੋਂ ਹੌਲੀ ਹੌਲੀ ਸਮਾਨ ਵੇਚਦੇ ਆ ਵਾਹਵਾ ਮਹਿੰਗੇ ਭਾਅ 'ਤੇ। ਉਹ ਮਹਿੰਗੇ ਭਾਅ 'ਤੇ ਉੱਥੋਂ ਲਿਆ ਕੇ ਤੇ ਉੱਥੋਂ ਦੁੱਗਣੇ 'ਤੇ ਭਾਅ 'ਤੇ ਇੱਥੇ ਵੇਚਦੇ ਪਏ। ਜੀ, ਜਿਹੜੀ ਚੀਜ਼ ਕਿਸਾਨ ਤੋਂ 20 ਰੁਪਏ ਲਈ ਹੁੰਦੀ ਹੈ, ਉਹ ਲੋਕਾਂ ਦੇ ਘਰਾਂ 'ਚ ਗਲੀਆਂ 'ਚ ਆਉਂਦਿਆਂ 60 ਦੀ ਵੀ ਵਿਕਦੀ ਆ, 65 ਦੀ ਵੀ, 80 ਤੱਕ ਵੀ ਜਾਂਦੀ ਪਈ ਆ। ਜੀ, ਜਿਹੜਾ ਸਰਕਾਰ ਨੇ ਆਖਿਆ ਕਿ ਆਪਣਾ ਜਿਹੜਾ ਰੂਟ ਪਰਮਿਟ ਹੈ, ਜਿਹੜਾ ਉਹ ਕਰਫਿਊ ਪਾਸ ਹੈ, ਉਹ ਵੀ ਤੇ ਰੇਟ ਲਿਸਟ ਵੀ ਦੋਵੇਂ ਲਾਉਣ, ਉੱਥੋਂ ਲਾ ਕੇ ਆਉਂਦੇ। ਗਲੀਆਂ 'ਚ ਆਉਣ ਲੱਗਿਆ ਉਹ ਆਪਣੀ ਰੇਟ ਲਿਸਟ ਲਾ ਦਿੰਦੇ। ਇਹ ਅਸੀਂ ਵੀ ਕੱਲ੍ਹ ਵੇਖਿਆ। ਜੀ, ਇਸ ਤੋਂ ਇਲਾਵਾ ਉਹ ਕੀ ਕਰਦੇ ਆ ਕਿ ਗਲੀਆਂ ਵਿੱਚ ਜਿਹੜੇ ਰੇਹੜੀਆਂ ਵਾਲੇ ਉਹਨਾਂ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਕਿ ਇਸ ਇਲਾਕੇ ਦਾ ਪਰਮਿਟ ਮੇਰਾ, ਕਰਫਿਊ ਪਾਸ ਮੇਰਾ, ਜੀ, ਤੁਸੀਂ ਰੇਹੜੀਆਂ ਵਾਲੇ ਜਿੰਨਾ ਸਮਾਨ ਲੈਣਾ ਮੇਰੇ ਤੋਂ ਲੈ ਲਓ। ਜੇ ਕੋਈ ਪੁਲਿਸ ਵਾਲਾ ਫੜੇਗਾ ਤੇ ਮੈਂ ਕਹਿ ਦੂੰਗਾ ਮੇਰੇ ਬੰਦੇ ਆ। ਉਹ ਜਿਹੜੀਆਂ 3 ਪਹੀਆਂ ਵਾਲੀਆਂ ਰਿਕਸ਼ਾ ਰੇਹੜੀਆਂ ਨੇ ਉਹ ਵੀ ਚੱਲਦੀਆਂ ਪਈਆਂ, ਦੂਜੀਆਂ ਵੀ ਚੱਲਦੀਆਂ ਪਈਆਂ। ਉਹ ਗਲੀਆਂ 'ਚ 2-2 ਵਾਰੀ ਗੇੜਾ ਮਾਰਦੇ ਆ। ਲੋਕਾਂ ਨੂੰ ਸਪਲਾਈ ਤਾਂ ਹੋ ਰਹੀ ਆ, ਪਰ ਸਪਲਾਈ ਦੇ ਨਾਲ ਨਾਲ ਛਿੱਲ ਵੀ ਬਹੁਤ ਲਾਈ ਜਾ ਰਹੀ। ਤੁਸੀਂ ਪਾਸ ਦੀ ਗੱਲ ਕੀਤੀ ਪੰਜ ਸਾਹਿਬ, ਇੱਕ ਸੁਣਨ 'ਚ ਇਹ ਵੀ ਆਇਆ ਕਿ ਵੀ ਜਿਹੜੇ ਪਾਸ ਨੇ ਉਹ ਜਾਲੀ ਬਣਾ ਕੇ ਤੇ ਕੁਝ ਟੈਕਸੀਆਂ ਵਾਲੇ ਉਹ ਦੂਰ ਨੇੜੇ ਜਿਹੜੇ ਕਹਿ ਲਓ ਕਿ ਸਵਾਰੀਆਂ ਸੀ ਫਸੀਆਂ ਉਹਨਾਂ ਨੂੰ ਛੱਡਣ ਜਾਂਦੇ ਵੀ ਫੜੇ ਗਏ। ਇਹਦਾ ਮਤਲਬ ਪਾਸ ਵੀ ਆਪਣੇ ਆਪ ਬਣ ਜਾਂਦਾ, ਫਿਰ ਲੋੜ ਨਹੀਂ ਕਿਸੇ ਪ੍ਰਸ਼ਾਸਨ ਦੀ। ਅਸੀਂ 3 ਵਾਰ ਅੱਗੇ ਗੱਲ ਕਰ ਚੁੱਕੇ ਹਾਂ ਕਿ ਐਂਬੂਲੈਂਸ ਦੇ ਵਿੱਚ ਬਠਿੰਡੇ 'ਚ ਇੱਕ ਜਣੇ ਦੀ ਲੱਤ ਤੇ ਪਲਾਸਟਰ ਲਾ ਕੇ ਤੇ ਉੱਥੋਂ ਦਿੱਲੀ ਤੋਂ ਹੀਰੋਇਨ ਲਿਆਉਂਦੇ ਫੜੇ ਗਏ। ਅਸੀਂ ਇਹ ਫੜਿਆ ਗੱਲ ਕਰ ਚੁੱਕੇ ਹਾਂ ਕਿ ਉਹ ਬੰਦਾ ਇੱਕ ਫੜਿਆ ਗਿਆ ਇੱਥੇ ਜੰਮੂ ਕਸ਼ਮੀਰ ਨੂੰ ਜਾਂਦਾ ਬੈਰੀਅਰ 'ਤੇ, ਕਿਉਂਕਿ ਉਹ ਵਿੱਚ ਲਾਸ਼ ਪਾ ਕੇ ਲਈ ਜਾ ਰਹੇ ਸੀ। ਤੇ ਜਦੋਂ ਪੁਲਿਸ ਵਾਲਿਆਂ ਨੇ ਦਬਕਾ ਮਾਰਿਆ, ਬਾਹਰ ਨਿਕਲੋ, ਚੈੱਕ ਕਰਨਾ। ਪਹਿਲਾਂ ਤਾਂ ਨਿਕਲਣਾ, ਲਾਸ਼ ਹੈ ਜੀ, ਡੈਡ ਬਾਡੀ ਹੈ ਜੀ। ਜਦੋਂ ਉਹਨਾਂ ਬਾਹਰ ਨਿਕਲੋ, ਦਬਕਾ ਮਾਰਿਆ ਤੇ ਉਹ ਲਾਸ਼ ਹੀ ਉੱਠ ਕੇ ਬਹਿ ਗਈ। ਇੱਦਾਂ ਦੀਆਂ ਘਟਨਾਵਾਂ 3 ਵਾਰ ਅਸੀਂ ਚਰਚਾ ਕਰ ਚੁੱਕੇ ਹਾਂ। ਪਾਕਿਸਤਾਨ ਦੀ ਵੀ ਅਸੀਂ ਚਰਚਾ ਕੀਤੀ ਸੀ ਕਿ ਉੱਥੇ ਵੀ ਇਹੋ ਕੁਝ ਹੋਇਆ। ਹੁਣ ਨਵੀਂ ਗੱਲ ਕੀ ਹੈ ਕਿ ਪਰਸੋਂ ਮੋਗੇ ਜ਼ਿਲ੍ਹੇ 'ਚ ਧਰਮਕੋਟ ਤੋਂ ਫੜਿਆ ਗਿਆ ਇੱਕ ਬੰਦਾ ਤੇ ਫਿਰ ਉਹਦੇ ਨਾਲ ਦਾ ਦੂਜਾ ਫੜਿਆ ਗਿਆ ਕਿ ਉਹ ਕਾਫੀ ਮੋਟੇ ਪੈਸੇ ਲੈ ਕੇ ਇੱਕ ਗੇੜੇ 'ਚ ਲੱਖ 1.5 ਲੱਖ ਰੁਪਈਆ ਕਮਾ ਰਹੇ ਸੀ। ਇੱਥੋਂ ਪੂਰਬੀਆ ਮਜ਼ਦੂਰਾਂ ਨੂੰ, ਉਹਨਾਂ 'ਚ ਜਿਹੜੇ ਖਾਂਦੇ ਪੀਂਦੇ ਸੀ, ਸਹਿੰਦੇ ਸੀ, ਉਹਨਾਂ ਨੂੰ ਨਾਲ ਲੈ ਕੇ ਯੂਪੀ ਜਾਂਦੇ ਸੀ ਤੇ ਛੱਡ ਆਉਂਦੇ ਸੀ। ਕਿੱਦਾਂ ਛੱਡ ਆਉਂਦੇ ਸੀ? ਵੱਡਾ ਟੈਂਪੂ ਟਰੈਵਲਰ ਟਾਈਪ ਬਣਾਇਆ ਜਾਂ ਇਨੋਵਾ, ਉਹਨਾਂ ਦੇ ਉੱਤੇ ਲੈ ਕੇ ਜਾਂਦੇ ਸੀ। ਕਰਫਿਊ ਪਾਸ ਜਿੱਦਾਂ ਦਾ ਸਰਕਾਰ ਦਿੰਦੀ ਆ, ਲੋਕੀ ਏਅਰਪੋਰਟ 'ਤੇ ਜਾਣ ਵਾਸਤੇ ਵੀ ਲੈਂਦੇ ਆ ਜੀ, ਉਹ ਟਿਕਟਾਂ ਜਿਨ੍ਹਾਂ ਦੇ ਕੋਲੋਂ ਲੈ ਕੇ ਜਾਂਦੇ ਨੇ। ਹੁਣ ਉਹ ਜਿਹੜੇ ਲੈ ਕੇ ਜਾਂਦੇ ਆ, ਜਿੱਦਾਂ ਦਾ ਉਹ ਆ ਬਿਲਕੁਲ ਉਹਦੇ ਵਰਗਾ, ਉਹਦੀ ਕਾਪੀ ਕਰਕੇ ਕੰਪਿਊਟਰ 'ਤੇ ਪਾ ਲਿਆ, ਫੋਟੋਸ਼ਾਪ ਜਾ ਕੇ ਉਹ 'ਚੋਂ ਨਾਂ ਚੇਂਜ ਕਰ ਲਏ, ਆਪਣੇ ਭਰ ਲਏ, ਉਹਨਾਂ ਦੇ ਨਾਲ ਭਰ ਲਏ। ਆਖਿਆ ਜੀ ਉੱਥੇ ਚੱਲੇ ਆ ਜ਼ਰੂਰੀ ਕੰਮ ਵਾਸਤੇ, ਆਹ ਕਰਫਿਊ ਪਾਸ ਅਸੀਂ ਲਿਆ ਤੇ ਉਸ ਕਰਫਿਊ ਪਾਸ 'ਤੇ ਜਾ ਰਹੇ। ਉਹ ਜਦੋਂ ਫੜੇ ਗਏ, ਪਤਾ ਨਹੀਂ ਉਹਨਾਂ ਤੋਂ ਗੱਲ ਨਿਕਲੀ ਕਿ ਹੁਸ਼ਿਆਰਪੁਰ ਵਾਲਿਆਂ ਨੇ ਕੀਤਾ। ਹੁਣ ਟਾਂਡੇ 'ਚ ਫੜੇ ਗਏ। ਇਹਦਾ ਮਤਲਬ ਇਹ ਕਿ ਇਹ ਪੰਜਾਬ ਦੇ ਵਿੱਚ ਇੱਕ ਗੈਂਗ ਆ ਜਿਹੜਾ ਹੁਸ਼ਿਆਰਪੁਰ, ਧਰਮਕੋਟ, ਕੁਝ ਹੋਰ ਥਾਵਾਂ 'ਤੇ ਇੱਕ ਦੂਸਰੇ ਨੂੰ ਦੱਸਦਾ ਅਸੀਂ ਤਾਂ ਇੱਦਾਂ ਜਾਂਦੇ, ਤੂੰ ਵੀ ਚੱਲ ਜਾ। ਉਹ ਜਦੋਂ ਫੜੇ ਗਏ ਆ ਤੇ ਬਾਹਰ ਦਿੱਲੀ ਜਾ ਕੇ ਜੇ ਕਿਤੇ ਫੜੇ ਜਾਂਦੇ, ਜੇ ਕਿਤੇ ਯੂਪੀ 'ਚ ਫੜੇ ਜਾਂਦੇ ਤੇ ਪੰਜਾਬ ਦੀ ਬਦਨਾਮੀ ਹੋਣੀ ਸੀ। ਹੁਣ ਤਾਂ ਪੰਜਾਬ ਵਾਲਿਆਂ ਦੇ ਆਪਣੇ ਹੀ ਇੱਥੇ ਗੁਆਂਢ, ਆਪਣੇ ਘਰ ਦੇ ਵਿੱਚ ਹੀ ਹੁਸ਼ਿਆਰਪੁਰ ਤੇ ਟਾਂਡੇ 'ਚ ਫੜੇ ਗਏ। ਇਹਦੇ ਬਾਰੇ ਪੰਜਾਬ ਪੁਲਿਸ ਦੇ DGP ਦਾ ਬੜਾ ਸਖਤ ਬਿਆਨ ਆਇਆ ਕਿ ਜਿਨ੍ਹਾਂ ਨੇ ਕਰਫਿਊ 'ਚ ਆਹ ਕੁਛ ਕੀਤਾ ਉਹਨਾਂ ਨੂੰ ਅਸੀਂ ਛੱਡਾਂਗੇ ਨਹੀਂ, ਉਹਨਾਂ ਦੇ ਉੱਤੇ ਬਹੁਤ ਸਖਤ ਕਾਰਵਾਈ ਹੋਵੇਗੀ। ਜੀ, ਆਫਤ ਕਾਨੂੰਨ ਵੀ ਲਾਗੂ ਕੀਤਾ ਜਾ ਸਕਦਾ। ਪਰ ਇਕੱਲੇ ਉਹ ਨੇ। ਇੱਕ ਪਰਸੋਂ ਇੱਥੇ ਜਲੰਧਰ 'ਚ ਫੜਿਆ ਗਿਆ ਲਗਜ਼ਰੀ ਗੱਡੀ ਦੇ ਵਿੱਚ, ਉੱਪਰ ਲੋਕਾਂ ਦਾ ਰਿਲੀਫ ਦਾ ਸਮਾਨ ਰੱਖਿਆ, ਥੱਲੇ ਪੇਟੀਆਂ ਸਨ ਸ਼ਰਾਬ ਦੀਆਂ, ਸਪਲਾਈ ਕਰਦਾ ਫਿਰਦਾ ਸੀ। ਕੱਲ੍ਹ ਫੇਰ ਫੜੇ ਗਿਆ, ਰਿਲੀਫ ਦਾ ਸਮਾਨ ਉੱਪਰ ਆ,
ਥੱਲੇ ਸ਼ਰਾਬ ਦੀਆਂ ਪੇਟੀਆਂ। ਅਸੀਂ ਤਾਂ ਜੀ ਲੋਕਾਂ 'ਚ ਰਿਲੀਫ ਦੇ ਪੈਕਟ ਵੰਡਣ ਚੱਲੇ ਹਾਂ, ਉਹ ਵੀ ਫੜੇ ਗਏ। ਇਹੋ ਹੀ ਇਕੱਲੇ ਕਿਉਂ, ਜਿਹੜੇ ਫੜਨ ਵਾਲੇ ਆ ਉਹ ਵੀ ਤਾਂ ਫੜੇ ਗਏ। ਅਜੇ 3 ਦਿਨ ਪਹਿਲਾਂ ਇੱਥੇ ਇੱਕ ਥਾਣੇਦਾਰ ਫੜਿਆ ਗਿਆ ਹੁਸ਼ਿਆਰਪੁਰ ਜ਼ਿਲ੍ਹੇ 'ਚ ਜੀ। ਉਹਨੇ ਕਿਸੇ ਨੂੰ ਨਾਕੇ ਤੋਂ ਛੱਡਤਾ ਅਤੇ ਫਿਰ ਗੋਦਾਮ ਵਿੱਚ ਉਹ ਤੋਂ ਪੈਸੇ ਲੈਣ ਗਿਆ ਅਤੇ ਉੱਥੇ ਉਹਨਾਂ ਵੀਡੀਓ ਬਣਾ ਲਈ। ਜਦੋਂ ਵੀਡੀਓ ਵਾਇਰਲ ਹੋਈ ਅਤੇ ਉੱਤੇ ਕਾਰਵਾਈ ਹੋਈ, ਪਤਾ ਲੱਗਾ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਅੱਜ ਉੱਥੋਂ ਦੀ ਗਿੱਦੜਬਾਹੇ ਦੀ ਖਬਰ ਆ ਗਈ ਹੈ। ਉੱਥੇ ਇੱਕ ਪੁਲਿਸ ਵਾਲਾ, ਉਹ 1 ਲੱਖ ਰੁਪਈਆ ਅਤੇ ਕੁਝ ਪੇਟੀਆਂ ਵੀ ਸ਼ਰਾਬ ਦੇ ਠੇਕੇਦਾਰ ਤੋਂ ਲਈਆਂ ਸੀ। ਠੇਕੇਦਾਰ ਨੇ ਵੀਡੀਓ ਬਣਾ ਕੇ ਪਾ ਦਿੱਤੀ ਕਿ ਇੰਨਾ ਮੂੰਹ ਟੱਡਿਆ ਪਿਆ ਜੀ ਇਸ ਬੰਦੇ ਦਾ, ਇਹਦਾ ਕੀ ਕਰੀਏ। ਹੁਣ ਕਾਰਵਾਈ ਉੱਤੇ ਵੀ ਹੋਈ, ਕਹਿੰਦੇ ਸਸਪੈਂਡ ਕਰ ਦਿੱਤਾ ਗਿਆ। ਜੇ ਜਿਨ੍ਹਾਂ ਨੇ ਫੜਨਾ ਉਹੋ ਹੀ ਨਹੀਂ ਹਟਦੇ ਅਤੇ ਦੂਜਿਆਂ ਨੂੰ ਅਸੀਂ ਕੀ ਰੋਕੀਏ। ਉਹ ਜਿਹੜਾ ਫਿਰ ਮੈਨੂੰ ਯਾਦ ਆ ਜਾਂਦਾ, ਜਿਹੜਾ ਹਿੰਦੀ ਦਾ ਵਿਅੰਗ ਕਵੀ ਹੈ ਸੁਰਿੰਦਰ ਸ਼ਰਮਾ, ਅੱਜ ਕੱਲ੍ਹ ਤਾਂ ਬਹੁਤ ਬਜ਼ੁਰਗ ਹੈ, ਸਿਹਤ ਵੀ ਉਹਦੀ ਠੀਕ ਨਹੀਂ ਰਹਿੰਦੀ, ਪਰ ਉਹ ਗੱਲ ਬੜੀ ਕਮਾਲ ਦੀ ਕਰਦਾ ਹੁੰਦਾ। ਕਹਿੰਦਾ ਕਿਆ ਕਰੇ ਅਬ ਹਮ, ਕਰਪਸ਼ਨ ਵੀ ਕਰਪਟ ਹੋ ਗਈ। ਉਹਨੇ ਆਖਿਆ ਜੀ ਕਰਪਸ਼ਨ ਤੇ ਕਰਪਸ਼ਨ ਹੈ, ਉਹ ਕਿੱਦਾਂ ਕਰਪਟ ਹੋ ਗਈ। ਕਹਿੰਦਾ ਕੀੜੇ ਮਾਰਨ ਵਾਸਤੇ ਦਵਾਈ ਲਿਆਂਦੀ ਸੀ, ਪਈ ਪਈ 'ਚ ਉਹਦੇ ਵਿੱਚ ਵੀ ਕੀੜੇ ਪੈ ਗਏ। ਜਦੋਂ ਕੀੜੇ ਮਾਰਨ ਵਾਲੀ ਦਵਾਈ ਦੇ ਵਿੱਚ ਵੀ ਕੀੜੇ ਪੈ ਜਾਂਦੇ, ਚੋਰਾਂ ਨੂੰ, ਠੱਗਾਂ ਨੂੰ ਫੜਨ ਵਾਲੀ ਪੁਲਿਸ ਆਪ ਵੀ ਇਹ ਕੰਮ ਕਰਨ ਲੱਗ ਪੈਂਦੀ ਹੈ, ਅਤੇ ਫਿਰ ਤਾਂ ਇਹੋ ਹੀ ਆਖਣਾ ਪਊਗਾ ਕਿਆ ਕਰੇ ਅਬ ਹਮ, ਕਰਪਸ਼ਨ ਵੀ ਕਰਪਟ ਹੋ ਗਈ। ਹੁਣ ਇਹਦੇ ਉੱਤੇ ਕਾਰਵਾਈ ਸਖਤ ਕਰਨੀ ਚਾਹੀਦੀ ਹੈ। ਦੂਸਰਿਆਂ ਨਾਲੋਂ ਵੀ ਵੱਧ ਪੁਲਿਸ ਵਾਲਾ ਜਿਹੜਾ ਕਿਤੇ ਇਹੋ ਜਿਹਾ ਕੰਮ ਕਰਦਾ, ਆਮ ਤੌਰ 'ਤੇ ਪੁਲਿਸ ਵਾਲੇ ਨਾਕਿਆਂ 'ਤੇ ਖੜ੍ਹੇ ਆ, 24 ਦੇ 'ਚੋਂ 16 ਘੰਟੇ ਵੀ ਡਿਊਟੀ ਕਰਦੇ ਪਏ ਆ। ਔਰ ਉਹਨਾਂ ਕੁਝ ਨੇ ਦੱਸਿਆ, ਕਹਿੰਦੇ ਜੀ ਅਸੀਂ ਤਾਂ ਨੀਂਦ ਵੀ ਲੈਣੀ ਹੋਵੇ ਅਤੇ ਕੰਧ ਨਾਲ ਢੋਹ ਲਾ ਕੇ 10-15 ਮਿੰਟ ਲੈ ਲੈਂਦੇ ਹਾਂ। ਸਾਨੂੰ ਇਹ ਵੀ ਡਰ ਹੁੰਦਾ ਹੋਣੇ ਕੋਈ ਅਫਸਰ ਨਾ ਆ ਜਾਂਦਾ, ਇਹ ਵੀ ਡਰ ਹੁੰਦਾ ਕੋਈ ਬੰਦਾ ਕੋਲ ਦੀ ਲੰਘ ਜੇ, ਉਹ ਵੀ ਹੈਗੇ ਨੇ। ਮੈਂ ਰਿਪੋਰਟ ਪੜ੍ਹਦਾ ਪਿਆ ਸੀ ਦਿੱਲੀ ਦੀ, ਉੱਥੇ ਇੱਕ ਪੁਲਿਸ ਵਾਲੀ ਆਪਣੇ ਬੱਚੇ ਨੂੰ ਨਾਲ ਲਿਆਉਂਦੀ ਹੈ, ਲਾਗੇ ਉੱਥੇ ਇੱਕ ਥਾਂ 'ਤੇ ਭੰਗੂੜਾ ਰੱਖਿਆ, ਭੰਗੂੜੇ 'ਚ ਪਾ ਕੇ ਅਤੇ ਆਪ ਨਾਕੇ 'ਤੇ ਖੜ੍ਹੀ ਹੈ। ਇੱਕ ਉਹ ਪੁਲਿਸ ਵਾਲੇ ਪਤੀ ਪਤਨੀ ਨੇ, ਉਹ ਵਾਰੀ ਨਾਲ ਇੱਕ ਜਣਾ ਡਿਊਟੀ 'ਤੇ ਜਾਂਦਾ, ਇੱਕ ਜਣਾ ਬੱਚੇ ਨੂੰ ਸੰਭਾਲਦਾ। ਇੱਦਾਂ ਦੇ ਬਹੁਤ ਲੋਕ ਨੇ, ਪਰ ਆਹ ਜਿਹੜੇ ਇਹੋ ਜਿਹੇ ਮੌਕੇ ਵੀ ਇਹ ਕੰਮ ਕਰਦੇ ਪਏ ਆ, ਇਹਨਾਂ ਦਾ ਕੀ ਕੀਤਾ ਜਾ ਸਕਦਾ। ਇਹਨਾਂ 'ਤੇ ਤਾਂ ਸਖਤੀ ਕਰਨੀ ਪਏਗੀ। ਚੱਕਰ ਇਹ ਆ ਨਾ ਪੰਨੂ ਸਾਹਿਬ ਕਿ ਜਿਹੜੀ ਮਾਇਆ ਉਹ ਚੀਜ਼ ਇੱਦਾਂ ਦੀ ਹੈ ਵੀ ਬੰਦੇ ਦਾ ਧਿਆਨ ਬਦੋ ਬਦੀ ਖਿੱਚਿਆ ਜਾਂਦਾ। ਹੁਣ ਇਹ ਮਾਇਆ ਦਾ ਕੰਮ ਇੱਕ ਫਲੋਰ 'ਚ ਵੀ ਤੇ ਬੰਦਾ ਫੜਿਆ ਨਾ, ਜਿਹੜਾ ਕਹਿੰਦੇ ਨੋਟ ਖਿਲਾਰਦਾ ਸੀਗਾ, ਉਹ ਕੀ ਕਹਾਣੀ ਸੀ? ਨਹੀਂ, ਉਹ ਜਿਹੜਾ ਨੋਟ ਖਿਲਾਰਦਾ ਪਿਆ, ਮੇਰਾ ਨਹੀਂ ਖਿਆਲ ਉਹਦੇ ਕੋਲ ਇੰਨੇ ਨੋਟ ਹੋਣ ਜੀ। ਉਹ ਅਸਲ ਕਹਾਣੀ ਇਹ ਆ ਕਿ ਕੁਝ ਲੋਕ ਪਿਛਲੇ ਸਮੇਂ 'ਚ ਦਿੱਲੀ ਵਿੱਚ ਵੀ, ਯੂਪੀ 'ਚ ਵੀ, ਗੁੜਗਾਉਂ 'ਚ ਵੀ, ਅੱਡ-ਅੱਡ ਥਾਵਾਂ ਦੇ ਉੱਤੇ ਨੋਟ ਖਿਲਾਰ ਕੇ ਦਹਿਸ਼ਤ ਫੈਲਾਉਂਦੇ ਫੜੇ ਗਿਆ। ਪੰਜਾਬ ਵਿੱਚ ਹੁਣ ਤੱਕ 8-9 ਥਾਵਾਂ ਤੋਂ ਇਹ ਰਿਪੋਰਟਾਂ ਆ ਗਈਆਂ ਨੇ ਕਿ ਕੋਈ ਬੰਦਾ ਜਾਂਦਾ, ਕੰਧ ਦੇ ਉੱਤੇ ਲਿਖ ਕੇ ਲਾ ਆਉਂਦਾ ਕਿ ਮੈਂ ਕਰੋਨਾ ਵਾਇਰਸ ਤੋਂ ਇਫੈਕਟਡ ਹਾਂ, ਹੁਣ ਤੱਕ ਇੰਨੇ ਲੋਕਾਂ ਨੂੰ ਮੈਂ ਹੱਥ ਲਾਇਆ, ਮੇਰੇ ਤੋਂ ਬਚੋ, ਕੌਣ ਬਚ ਸਕਦਾ। ਇੱਦਾਂ ਦੀਆਂ ਸ਼ਰਾਰਤਾਂ ਕਰਨ ਵਾਲੇ ਵੀ ਨੇ, ਉਹ ਵੀ ਹੈਗੇ ਨੇ। ਇਹ ਜਿਹੜਾ ਫਲੋਰ 'ਚ ਫੜਿਆ ਗਿਆ, ਮੈਂ ਉਹਦੀ ਫੋਟੋ ਵੇਖੀ, ਉਹਦੀ ਸ਼ਕਲ ਸੂਰਤ ਜਾਪਦੀ ਨਹੀਂ ਕਿ ਉਹਦੀ ਜੇਬ 'ਚ 5000 ਰੁਪਈਆ ਵੀ ਹੋਊ। ਉਹਨੇ ਫਿਰ ਨੋਟ ਕਿਉਂ ਖਿਲਾਰੇ? ਪੁਲਿਸ ਨੇ ਫੜਿਆ ਵਾ, ਉਹਦਾ ਕਰੋਨਾ ਟੈਸਟ ਵੀ ਕਰਾਉਂਦੇ ਪਏ ਨੇ, ਪਤਾ ਲੱਗ ਜਾਏਗਾ। ਉਹ ਅਸਲ ਵਿੱਚ ਅਸੀਂ ਕਹਿਣਾ ਨਹੀਂ ਚਾਹੁੰਦੇ, ਪਰ ਇੱਕ ਖਾਸ ਕਮਿਊਨਿਟੀ ਦੇ ਵਿੱਚੋਂ ਕੁਝ ਬੰਦਿਆਂ ਨੂੰ, ਕੁਝ ਖਾਸ ਜਥੇਬੰਦੀਆਂ ਪ੍ਰਵੋਕ ਕਰਦੀਆਂ ਨੇ, ਜਿਹੜੀਆਂ ਜਾਣ-ਬੁੱਝ ਕੇ ਉਹਨਾਂ ਨੂੰ ਚਾਹੁੰਦੀਆਂ ਕਿ ਤੁਸੀਂ ਇੱਦਾਂ ਦੀਆਂ ਹਰਕਤਾਂ ਕਰੋ, ਸਮਾਜ 'ਚ ਦਹਿਸ਼ਤ ਫੈਲੇ। ਉਹ ਕਿਸੇ ਤੋਂ ਪੈਸੇ ਲੈ ਕੇ ਵੀ ਕਰਦੇ ਹੋ ਸਕਦੇ ਆ। ਹੁਣ ਮੈਨੂੰ ਫਲੋਰ ਵਾਲੇ ਦਾ ਇਹ ਨਹੀਂ ਪਤਾ ਕਿ ਉਹ ਕਿਹੜੇ ਧਰਮ 'ਚੋਂ, ਪਰ ਇਹ ਕੰਮ ਪਿਛਲੇ ਦਿਨਾਂ 'ਚ ਕਰਵਾਇਆ ਗਿਆ, ਹੁੰਦਾ ਪਿਆ ਜਿੱਥੇ ਜਿੱਥੇ ਆ। ਉਹ ਬੰਦਿਆਂ ਦੇ ਫਿਰ ਲਿੰਕ ਲੱਭਣੇ ਚਾਹੀਦੇ ਆ ਕਿ ਇਹਨਾਂ ਸਾਰਿਆਂ ਤੋਂ ਕੌਣ ਕਰਵਾਉਂਦਾ। ਨੋਟਾਂ ਦੇ ਬਾਰੇ ਦਹਿਸ਼ਤ ਫੈਲੀ ਪਈ ਹੈ ਕਿ ਇਹੋ ਜਿਹੇ ਨੋਟ ਥੁੱਕ ਲਾ ਕੇ ਸੁੱਟੇ ਗਏ। ਇਹਦੀ ਵੀਡੀਓ ਵੀ ਵਾਇਰਲ ਹੋਈ, ਇੱਕ ਬੰਦਾ ਦਿੱਲੀ 'ਚ ਫੜਿਆ ਗਿਆ ਸੀ, ਫਿਰ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਬਾਅਦ ਵਿੱਚ ਉਹ ਮੀਡੀਆ ਨੂੰ ਵਿਖਾਉਂਦਾ ਸੀ, ਆਹ ਵੇਖੋ ਮੇਰੇ ਪਿੰਡੇ 'ਤੇ ਨਿਸ਼ਾਨ, ਮੈਨੂੰ ਕੁੱਟਿਆ ਬਹੁਤ ਹੈ, ਮੇਰੇ ਨਾਲ ਆਹ ਕੀਤਾ, ਉਹ ਕੀਤਾ। ਪਰ ਜੋ ਉਹਨੇ ਕੀਤਾ ਸੀ, ਥੁੱਕ ਲਾ ਲਾ ਕੇ ਸੁੱਟਦਾ ਸੀ ਅਤੇ ਨਾਲ ਬਕਾਇਦਾ ਵੀਡੀਓ ਆਪਣੀ ਬਣਾ ਰਿਹਾ ਸੀ, ਅਤੇ ਵੀਡੀਓ ਵਾਇਰਲ ਕੀਤੀ ਸੀ ਉਹਨੇ ਕਿ ਮੈਂ ਆਹ ਕੁਝ ਕਰ ਦਿੱਤਾ ਦਹਿਸ਼ਤ ਪਾਉਣ ਵਾਸਤੇ। ਅਤੇ ਇਹੋ ਜਿਹੇ ਬੰਦੇ ਦਾ ਫਿਰ ਕੀ ਇਲਾਜ ਹੋਵੇਗਾ। ਹੁਣ ਇੱਥੇ ਜਿਹੜਾ ਫੜਿਆ ਗਿਆ, ਇਹ ਵੀ ਇੱਦਾਂ ਦੇ ਕੁਝ ਲੋਕ ਨੇ ਜਿਹੜੇ ਇਹਨਾਂ ਨੂੰ ਕੋਈ ਨਾ ਕੋਈ ਘੱਲਦਾ ਇੰਸਟੀਗੇਟ ਕਰਕੇ, ਪ੍ਰਵੋਕ ਕਰਕੇ, ਸਿਖਾ ਪੜ੍ਹਾ ਕੇ, ਇਹ ਆਪਣੇ ਆਪ ਕਰਨ ਵਾਲੇ ਨਹੀਂ ਗੇ। ਪੰਜਾਬ ਦੀ ਜਿਹੜੀ ਸਿਚੁਏਸ਼ਨ ਕੀ ਜਾਪਦੀ, ਕਿਉਂਕਿ ਜਦੋਂ ਇਹ ਖਬਰ ਆਉਂਦੀ ਆ ਵੀ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਬਹੁਤ ਦਹਿਸ਼ਤ ਸੀ, ਉੱਥੇ ਹੁਣ ਠੀਕ ਹੋ ਗਿਆ ਕੰਮ, ਕੁਝ ਥਾਵਾਂ ਦੇ ਵਿੱਚ ਹੈ ਹੀ ਨਹੀਂ ਬਿਲਕੁਲ ਕੇਸ, ਪਰ ਕੁਝ ਥਾਵਾਂ 'ਤੇ ਵੱਧ ਰਹੇ। ਹੁਣ ਜਿੱਦਾਂ ਰਾਜਪੁਰਾ, ਉਹਨੂੰ ਫੇਰ ਬਫਰ ਜ਼ੋਨ ਡਿਕਲੇਅਰ ਕਰ ਦਿੱਤਾ ਜੀ। ਦੇਖੋ, ਰਾਜਪੁਰਾ ਬਫਰ ਜ਼ੋਨ ਹੈ, ਉੱਥੇ ਜਿਹੜਾ ਵਿਗਾੜ ਪਿਆ, ਕਹਿੰਦੇ ਆ ਕਿ ਇੱਕ ਸੱਟਾ ਦੜਾ ਲਾਉਣ ਵਾਲਾ ਕੋਈ ਗਰੁੱਪ ਸੀਗਾ, ਉਹ ਦੜੇ ਸੱਟੇ ਵਾਲਿਆਂ ਦਾ ਗਰੁੱਪ ਗੰਦੇ ਧੰਦੇ ਕਰਨ ਵਾਲੇ ਸਨ ਜੀ। ਫਿਰ ਕਹਿੰਦੇ ਉਹਨੇ ਇੱਕ ਪਾਰਟੀ ਕੀਤੀ, ਉਹ 'ਚ ਹੁੱਕਾ ਰੱਖ ਕੇ ਸਾਰਿਆਂ ਨੇ ਵਾਰੀ-ਵਾਰੀ ਪੀਤਾ, ਉਹਦਾ ਕਰਕੇ ਲਗਾਤਾਰ ਬੰਦੇ ਇਫੈਕਟ ਹੋਏ ਨੇ। ਹੁਣ ਉੱਥੇ ਜਿੰਨੇ ਬੰਦੇ ਇਫੈਕਟਡ ਨੇ, ਉਹਦਾ ਕਰਕੇ ਇਹ ਸਮੱਸਿਆ ਲਗਾਤਾਰ ਵਧੀ ਜਾ ਰਹੀ ਆ। ਉਸ ਵੱਧਦੀ ਸਮੱਸਿਆ 'ਚ ਪਟਿਆਲਾ ਜ਼ਿਲ੍ਹਾ ਹੁਣ ਤੱਕ ਬਹੁਤਾ ਜ਼ਿਆਦਾ ਇਫੈਕਟਡ ਨਹੀਂ ਸੀ ਸਮਝਿਆ ਜਾਂਦਾ, ਹੁਣ ਪਟਿਆਲਾ ਵੀ ਬਹੁਤ ਇਫੈਕਟਡ ਹੈ। ਇਸ ਵੇਲੇ ਜਲੰਧਰ ਜ਼ਿਲ੍ਹੇ 'ਚ ਸਭ ਤੋਂ ਵੱਧ ਕੇਸ ਨੇ, 63 ਅਤੇ 2 ਮੌਤਾਂ ਹੋ ਚੁੱਕੀਆਂ ਨੇ। ਮੋਹਾਲੀ ਵਿੱਚ ਵੀ 63 ਕੇਸ ਨੇ ਇਹਦੇ ਬਰਾਬਰ ਹੀ, ਅਤੇ 2 ਮੌਤਾਂ ਹੋ ਚੁੱਕੀਆਂ ਨੇ। ਦੂਜੇ ਨੰਬਰ 'ਤੇ ਹੁਣ
ਪਟਿਆਲਾ ਜ਼ਿਲ੍ਹਾ ਆ ਗਿਆ, ਉੱਥੇ 55 ਕੇਸ ਨੇ ਤੇ 55 ਦੇ ਵਿੱਚੋਂ ਅੱਧੇ ਦੇ ਕਰੀਬ ਕੇਸ ਇਕੱਲੇ ਰਾਜਪੁਰੇ ਦੇ ਨੇ, ਔਰ ਆਏ ਵੀ 3 ਦਿਨਾਂ ਦੇ ਅੰਦਰ ਅੰਦਰ, 2-3 ਦਿਨਾਂ ਦੇ ਅੰਦਰ ਅੰਦਰ ਹੀ ਇੱਕ ਬੰਦਾ ਫੜਿਆ ਗਿਆ, ਦੂਜਾ ਫੜਿਆ ਗਿਆ। ਇਹ ਸਾਰੇ ਇੱਕ ਗਰੁੱਪ ਸੀ ਦੜੇ ਸੱਟੇ ਵਾਲਿਆਂ ਦਾ। ਜਦੋਂ ਇਸ ਵੇਲੇ ਮੌਤ ਨੱਚਦੀ ਪਈ ਹੈ, ਉਦੋਂ ਵੀ ਦੜਾ ਸੱਟਾ ਲਾਉਂਦੇ ਆ, ਇਕੱਠੇ ਬੈਠ ਕੇ ਪਾਰਟੀਆਂ ਕਰਦੇ ਆ। ਪਾਰਟੀਆਂ ਦੇ ਵਿੱਚ ਹੁੱਕਾ ਜਿਹੜਾ ਉਹ ਵਾਰੀ ਵਰਤੇ ਨੇ, ਉਹ ਜਿਹੜੀ ਚੀਜ਼ ਸੀ ਉਹਨੇ ਇਹ ਪ੍ਰੋਬਲਮ ਬਹੁਤ ਵਧਾ ਦਿੱਤੀ ਆ। ਇਹੋ ਜਿਹੀਆਂ ਗੱਲਾਂ ਤਾਂ ਜਿੱਥੇ ਵੀ ਹੈ, ਜਿਹੜਾ ਵੀ ਕੋਈ ਕਰਦਾ ਉਹਦੇ ਖਿਲਾਫ ਸਖਤੀ ਹੋਣੀ ਚਾਹੀਦੀ ਹੈ। ਉਹਨਾਂ ਲੋਕਾਂ ਦਾ ਟੈਸਟ ਵੀ ਕਰਵਾ ਲਿਆ, ਉਹਨਾਂ ਦਾ ਇਲਾਜ ਵੀ ਕਰਨਾ ਚਾਹੀਦਾ, ਕਰਾਇਆ ਜਾਣਾ ਚਾਹੀਦਾ ਪੂਰਾ, ਉਹਦੇ 'ਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ। ਪਰ ਨਾਲ ਦੂਜੀ ਗੱਲ ਵੀ ਹੈ ਕਿ ਜੋ ਕੁਝ ਹੋ ਗਿਆ ਉਹਦੇ ਤੋਂ ਬਾਅਦ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਇੰਨੀ ਕੁ ਸਖਤ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ, ਤਾਂ ਕਿ ਬਾਕੀ ਲੋਕਾਂ ਨੂੰ ਇਹ ਸਬਕ ਮਿਲੇ। ਨਹੀਂ ਤਾਂ ਫਿਰ ਇੱਦਾਂ ਕੋਈ ਇਹ ਮੰਦੇ ਧੰਦੇ ਕਰਨ ਵਾਲੇ ਇਸ ਮੌਕੇ ਵੀ ਹਟਦੇ ਨੇ। ਅਸੀਂ ਇਹ ਸਮਝਦੇ ਹਾਂ ਕਿ ਆ ਕਰੋਨਾ ਵਾਇਰਸ ਦੀ ਸਖਤੀ ਦਾ ਕਰਕੇ ਡਰੱਗ ਦੇ ਟ੍ਰੇਡ ਨੂੰ ਬਹੁਤ ਵੱਡੀ ਹੱਦ ਤੱਕ ਉਹਦੀ ਚੇਨ ਟੁੱਟੀ ਪਈ ਆ, ਰੋਕ ਲੱਗੀ ਹੈ। ਪਰ ਅਜੇ ਵੀ ਸਾਡੇ ਕੋਲ ਰਿਪੋਰਟਾਂ ਆਉਂਦੀਆਂ ਨੇ ਕਿ ਸਾਡੇ ਮੀਡੀਆ ਕੋਲ ਆਉਂਦੀਆਂ, ਪੁਲਿਸ ਕੋਲ ਵੀ ਜਾਂਦੀਆਂ ਹੋਣਗੀਆਂ, ਕਿ ਕੁਝ ਵੱਡੇ ਪਾਪੀ ਨੇ ਜਿਹੜੇ ਆਪਣੇ ਘਰਾਂ 'ਚ ਕਿੰਨਾ ਕਿੰਨਾ ਮਾਲ ਲਈ ਬੈਠੇ, ਰੋਜ਼ ਆਪਣੇ ਪਿੰਡ 'ਚ ਵੇਚਦੇ ਆ। ਇਲਾਕੇ ਦੇ ਥਾਣੇਦਾਰ ਨੂੰ ਪਤਾ ਹੁੰਦਾ, ਪੁਲਿਸ ਵਾਲੇ ਕੋਈ ਨਾ ਕੋਈ ਆਉਂਦੇ ਆ ਜੀ, ਆਉਂਦੇ ਬੜਾ ਦਲ-ਬਲ ਸਹਿਤ ਆ ਕਿ ਛਾਪਾ ਮਾਰਨ ਆਏ ਆ, ਪੁਲਿਸ ਬਾਹਰ ਖਲੋਤੀ ਹੁੰਦੀ ਆ, ਇੰਸਪੈਕਟਰ ਜਾਂ ਸਬ ਇੰਸਪੈਕਟਰ ਅੰਦਰ ਜਾਂਦਾ, ਜਾਂ ਕਦੇ ਕਦੇ ਕੋਈ DSP ਵੀ ਜਾਂਦਾ, ਅੰਦਰੋਂ ਗੱਲ ਕਰਕੇ ਆ ਜਾਂਦੇ ਆ। ਔਰ ਇਹੋ ਜਿਹੇ ਪੁਲਿਸ ਵਾਲੇ ਜਾ ਰਹੇ ਆ ਜਿਨ੍ਹਾਂ ਨੂੰ ਬੜੇ ਇਮਾਨਦਾਰ ਗਿਣਿਆ ਜਾ ਰਿਹਾ, ਤੇ ਉਹ ਜਾ ਕੇ ਪੈਸੇ ਲੈ ਕੇ ਤੇ ਵਾਪਸ ਆ ਜਾਂਦੇ ਆ, ਕੰਮ ਫਿਰ ਚੱਲੀ ਜਾਂਦਾ। ਉੱਪਰ ਤੱਕ ਉਹਨਾਂ ਦੀਆਂ ਬਾਹਾਂ ਲੰਮੀਆਂ ਨੇ। ਜੇ ਅਕਾਲੀ ਸਰਕਾਰ ਹੁੰਦੀ ਸੀ ਤੇ ਉਦੋਂ ਦੇ ਵਿਧਾਇਕਾਂ ਤੇ ਮੰਤਰੀਆਂ ਨਾਲ ਸਾਂਝਾ ਹੁੰਦੀਆਂ ਸੀ। ਹੁਣ ਜੇ ਕਾਂਗਰਸੀ ਸਰਕਾਰ ਆ ਤੇ ਇੱਥੋਂ ਦੇ ਵਿਧਾਇਕਾਂ ਤੇ ਮੰਤਰੀਆਂ ਨਾਲ ਸਾਂਝਾ ਨੇ। ਕਾਂਗਰਸ ਦੇ ਇੱਕ ਵਿਧਾਇਕ ਬਾਰੇ ਇਹ ਵੀ ਚਰਚਾ ਕਿ ਉਹਨੇ ਇੱਕ ਬੰਦਾ ਆਪਣੀ ਥਾਂ ਦੇ ਉੱਤੇ ਹਲਕਾ ਇੰਚਾਰਜ ਬਣਾਇਆ, ਆਪ ਹਲਕੇ 'ਚ ਵੜਦਾ ਹੀ ਨਹੀਂ, ਉਹਦੇ ਨਾਲ ਉੱਕਾ ਪੁੱਕਾ ਠੇਕਾ ਕੀਤਾ ਕਿ ਮੈਨੂੰ ਇੰਨੇ ਪੈਸੇ ਮਹੀਨੇ ਦੇ ਦਿਆ ਕਰ। ਸਾਰੀਆਂ ਪਾਰਟੀਆਂ ਚੱਲਣ ਡਈ। ਜੇ ਕਾਂਗਰਸੀਆਂ 'ਚ ਇਹ ਆ ਕਿ ਹਲਕਾ ਹੀ ਠੇਕੇ ਤੇ ਦੇ ਦਿੱਤਾ, ਤੇ ਉਹ ਠੇਕਾ ਜਿਹੜਾ ਉਹਨੇ ਕਿੱਥੋਂ ਭਰਨਾ? ਠੇਕਾ ਲੋਕਾਂ ਦੀ ਸੇਵਾ ਕਰਕੇ ਤਾਂ ਨਹੀਂ ਭਰਦਾ, ਲੋਕਾਂ ਦੀਆਂ ਜੇਬਾਂ ਕੱਟ ਕੇ ਇਹੋ ਜਿਹੇ ਗੰਦੇ ਕੰਮ ਕਰਵਾ ਕੇ ਭਰਦਾ ਹੋਵੇਗਾ। ਉਹ ਇਹਨਾਂ ਸਾਰਿਆਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾਣ ਤੇ ਹਟ ਜਾਵੇਗਾ, ਨਹੀਂ ਚੱਲੀ ਜਾਵੇਗਾ ਜੀ। ਅੱਛਾ, ਆਪਾਂ ਇੰਡੀਆ ਵਾਲੇ ਪਾਸੇ ਕਰੋਨਾ ਵਾਇਰਸ ਦੀ ਗੱਲ ਕਰਨ ਤੋਂ ਪਹਿਲਾਂ ਨਾ ਜੀ, ਮੈਂ ਚਾਹੁੰਦਾ ਇੱਕ ਵੱਖਰੀ ਜੀ ਗੱਲ ਆ, ਖੈਰ, ਪਰ ਮੈਨੂੰ ਇਹ ਆ ਕਿ ਵੀ ਇਸ ਮੌਕੇ 'ਤੇ ਜਦੋਂ ਸਾਰੇ ਪਾਸੇ ਕਰੋਨਾ ਵਾਇਰਸ ਦੀ ਚਰਚਾ, ਤਾਂ ਹਰਿਆਣੇ ਤੋਂ ਇਹ ਖਬਰ ਆਉਂਦੀ ਹੈ ਜੀ ਕਿ ਵੀ ਉਹ ਜਿਹੜਾ ਬਾਬਾ ਸਿਰਸੇ ਵਾਲਾ ਅੰਦਰ ਕੀਤਾ, ਉਹ ਇੱਕ ਵਾਰ ਫਿਰ ਪੈਰੋਲ ਵਾਲੀ ਚਿੱਠੀ ਲਿਖਦਾ ਅਤੇ ਪੈਰੋਲ 'ਤੇ ਜੀ ਉਹਨੂੰ ਇਜਾਜ਼ਤ ਦਿੱਤੀ ਜਾਵੇ ਬਾਹਰ ਜਾਣ ਦੀ। ਹਾਲਾਂਕਿ ਹੁਣ ਇਹ ਪਤਾ ਲੱਗਾ ਵੀ ਨਹੀਂ ਉਹਦੀ ਗੱਲ ਬਣੀ। ਉਹ ਫਿਰ ਕੀ ਕਹਾਣੀ, ਹੁਣ ਫਿਰ ਦੁਬਾਰਾ ਕਿਹੜੀ ਚਿੱਠੀ ਕੱਢ ਮਾਰੀ? ਮੇਰੇ ਖਿਆਲ ਚੌਥੀ ਜਾਂ ਪੰਜਵੀਂ ਵਾਰ ਉਹਨੇ ਪੈਰੋਲ 'ਤੇ ਬਾਹਰ ਨਿਕਲਣ ਵਾਸਤੇ ਇੱਦਾਂ ਦੀ ਕੋਸ਼ਿਸ਼ ਕੀਤੀ ਹੈ ਜੀ। ਪਹਿਲਾਂ ਉਹਨੇ ਕੋਸ਼ਿਸ਼ ਕੀਤੀ ਸੀ ਕਿ ਮੇਰੇ ਬਹੁਤ ਸਾਰੇ ਸੇਵਕ ਆ ਜਿਹੜੇ ਮੈਨੂੰ ਪਿਤਾ ਜੀ ਕਹਿੰਦੇ ਆ। ਇੱਕ ਮੇਰੇ ਸੇਵਕ ਦੀ ਧੀ ਦਾ ਵਿਆਹ, ਉਹ ਕੁੜੀ ਕਹਿੰਦੀ ਆ ਪਿਤਾ ਜੀ ਆਉਣਗੇ ਤਾਂ ਮੈਂ ਵਿਆਹ ਕਰਾਉਣਾ, ਨਹੀਂ ਤਾਂ ਮੈਂ ਨਹੀਂ ਕਰਾਉਣਾ। ਅਤੇ ਅਦਾਲਤ ਨੇ ਅਰਜ਼ੀ ਰਿਫਿਊਜ਼ ਕਰ ਦਿੱਤੀ ਕਿ ਤੂੰ ਆਪੇ ਕਹਿੰਦਾ ਤੇਰੇ ਬਹੁਤ ਸਾਰੇ ਸੇਵਕ ਹੈ, ਇੱਕ ਦੀ ਅਰਜ਼ੀ ਦੇ ਉੱਤੇ ਅਸੀਂ ਵਿਆਹ ਕਰਨ ਵਾਸਤੇ ਤੈਨੂੰ ਛੱਡਤਾ, ਉੱਥੇ ਉਹਨੇ ਚਿਰ ਨੂੰ ਦੂਜਾ ਰੱਖ ਲਓ, ਫਿਰ ਤੀਜਾ ਰੱਖ ਲਓ, ਫਿਰ ਤੂੰ ਵਿਆਹ ਦੀ ਲੜੀ ਚਲਾਵੇਂਗਾ, ਜੇਲ੍ਹ ਤਾਂ ਨਹੀਂ ਆਉਂਦਾ ਜੀ। ਅਰਜ਼ੀ ਰੱਦ ਕਰ ਦਿੱਤੀ। ਫਿਰ ਦੂਜੀ ਵਾਰੀ ਉਹਨੇ ਅਰਜ਼ੀ ਦਿੱਤੀ ਕਿ ਮੈਂ ਕਿਸਾਨੀ ਕਰਦਾ, ਮੇਰੇ ਡੇਰੇ 'ਚ ਇੰਨੇ ਸੌ ਏਕੜ ਖੇਤ ਨੇ ਅਤੇ ਉੱਥੇ ਫਸਲ ਸੰਭਾਲਣ ਵਾਸਤੇ ਮੈਨੂੰ ਆਗਿਆ ਦਿੱਤੀ ਜਾਵੇ। ਅਦਾਲਤ ਨੇ ਆਖਿਆ ਕਿ ਹੁਣ ਤੱਕ ਤੂੰ ਇਹ ਆਪ ਖੇਤੀ ਕਰਦਾ ਹੁੰਦਾ ਸੀ, ਤੂੰ ਤਾਂ ਫਿਲਮਾਂ ਬਣਾਉਂਦਾ ਸੀ, ਪਤਾ ਨਹੀਂ ਕੀ ਕੁਝ ਤੂੰ ਕਰਦਾ ਪਿਆ ਸੀ ਜੀ। ਅਦਾਲਤ ਵਿੱਚ ਜਦੋਂ ਇਹ ਗੱਲ ਦੱਸੀ ਗਈ ਕਿ ਇਹ ਫਿਲਮਾਂ ਬਣਾਉਂਦਾ ਸੀ, ਇਹ ਆਹ ਕੁਝ ਕਰਦਾ ਸੀ, ਇਹਦੀ ਖੇਤੀ ਤਾਂ ਪਹਿਲਾਂ ਵੀ ਉੱਥੇ ਇੱਕ ਬਕਾਇਦਾ ਟਰਸਟ ਬਣਿਆ ਪਿਆ, ਉਹਦੇ 'ਚ ਉਹ ਚੇਅਰਪਰਸਨ ਹੈਗੀ ਆ ਉਹ ਵਿਪਾਸਨਾ ਇਨਸਾਨ, ਹੁਣ ਤਾਂ ਹਨੀਪ੍ਰੀਤ ਵੀ ਬਾਹਰ ਆ ਗਈ ਹੈ ਜੀ। ਔਰ ਆਉਣ ਤੋਂ ਬਾਅਦ ਬਗੈਰ ਕਿਸੇ ਲੇਖੇ ਪੱਤੇ ਤੋਂ, ਬਗੈਰ ਕਿਸੇ ਅਥਾਰਟੀ ਤੋਂ, ਉਹ ਡੇਰਾ ਸੱਚਾ ਸੌਦਾ ਦੀ ਡੀ ਫੈਕਟੋ ਚੇਅਰਪਰਸਨ ਹੈ। ਉਹ ਅਸਲ ਵਿੱਚ ਉਹ ਡੇਰੇ ਨੂੰ ਚਲਾ ਰਹੀ ਹੈ ਜੀ। ਅੱਛਾ, ਉਹਦੇ ਹੁੰਦਿਆਂ ਵੀ ਜਦੋਂ ਇਹਨੇ ਅਰਜ਼ੀਆਂ ਦਿੱਤੀਆਂ ਉਹ ਵੀ ਅਦਾਲਤ ਨੇ ਰੱਦ ਕਰਤੀਆਂ। ਫਿਰ ਇਹਨੇ ਕਹਿ ਦਿੱਤਾ ਕਿ ਮੇਰੀ ਮਾਂ ਬਿਮਾਰ ਹੈ। ਮਾਂ ਨੇ ਅਰਜ਼ੀ ਦੇ ਦਿੱਤੀ ਕਿ ਮੇਰਾ ਆਪਰੇਸ਼ਨ ਹੋਣਾ ਤੇ ਮੈਂ ਉਦੋਂ ਕਰਾਉਣਾ ਜਦੋਂ ਮੇਰਾ ਪੁੱਤ ਬਾਹਰ ਹੋਊਗਾ, ਉਦੋਂ ਮੈਂ ਕਰਾਉਣਾ ਨਹੀਂ ਜੀ। ਉਹ ਅਰਜ਼ੀ ਵੀ ਰੱਦ ਹੋ ਗਈ। ਹੁਣ ਫਿਰ ਅਰਜ਼ੀ ਦੇ ਦਿੱਤੀ ਹੈ ਕਿ ਮਾਂ ਬਿਮਾਰ ਆ ਅਤੇ ਇਹਨੂੰ ਇੰਨੇ ਦਿਨਾਂ ਦੀ ਪੈਰੋਲ ਦਿੱਤੀ ਜਾਵੇ। ਜੇਲ੍ਹ ਵਾਲਿਆਂ ਨੇ ਸਿਰਸੇ ਦੇ ਜਿਹੜੀ ਐਡਮਿਨਿਸਟ੍ਰੇਸ਼ਨ ਆ, ਡਿਪਟੀ ਕਮਿਸ਼ਨਰ ਅਤੇ SSP, ਉਹਨਾਂ ਤੋਂ ਰਿਪੋਰਟ ਮੰਗ ਲਈ। ਉਹਨਾਂ ਰਿਪੋਰਟ ਭੇਜ ਦਿੱਤੀ ਜੀ ਮਾਂ ਠੀਕ ਠਾਕ ਆ, ਪੈਰੋਲ 'ਤੇ ਬਾਹਰ ਨਿਕਲਣ ਦਾ ਬਹਾਨਾ ਭਾਲਦਾ ਬਾਬਾ। ਜਦੋਂ ਉਹ ਗਈ ਆ ਅਤੇ ਉਹ ਫਿਰ ਰੱਦ ਕਰ ਦਿੱਤੀ ਹੈ ਜੀ। ਅਰਜ਼ੀ ਫਿਰ ਰੱਦ ਹੋ ਗਈ ਆ। ਚਲੋ ਅਫਸਰਾਂ ਦੀ ਹਿੰਮਤ ਹੈ ਕਿ ਐਡੀ ਪਹੁੰਚ ਵਾਲੇ ਬਾਬੇ ਦੀਆਂ ਅਰਜ਼ੀਆਂ ਵੀ ਰੱਦ ਕਰਦੇ। ਇਹ ਸ਼ਾਇਦ ਇਸ ਕਰਕੇ ਵੀ ਕਰਦੇ ਆ ਕਿ ਅੱਗੋਂ ਅਦਾਲਤ ਨੇ ਵੀ ਰੱਦ ਕਰਨੀ ਅਦਾਲਤ ਨੂੰ ਪਤਾ ਕਿ ਬਾਬਾ ਕਿਸ ਕਿਸਮ ਦਾ। ਉਹ ਜਿਹੜਾ ਆਸਾ ਸੋ ਮਸਤਾਨਾ ਅਤੇ ਬੀਬੀ ਸੁਰਿੰਦਰ ਕੌਰ ਦਾ ਗਾਣਾ ਸੀ, ਬੀਬੀ ਮੁੰਡਾ ਬੜਾ ਸ਼ਨਿਸ਼ਰੀ, ਬਾਹਰ ਰਹਿਣ ਦੇ ਯੋਗ ਨਹੀਂ, ਛੇਤੀ ਅੰਦਰ ਚਲਾ ਜਾਵੇਗਾ। ਹੁਣ ਉਹ ਬਾਬਾ ਜਦੋਂ ਅੰਦਰ ਹੀ ਚਲਾ ਗਿਆ
ਤੇ ਉਹਨੂੰ ਛੱਡ ਕੇ ਇੱਕ ਨਵਾਂ ਪੌੜਾ ਕਾਹਨੂੰ ਪਾਉਣਾ। ਹੁਣ ਉਹ ਅਫਸਰ ਵੀ ਸੋਚਦੇ ਆ ਕਿ ਅੰਦਰ ਬੈਠਾ ਰਹਿਣ ਦਿਓ, ਕਹਿੰਦੇ ਉੱਥੇ ਫੁੱਲ ਕਿਆਰੀਆਂ ਕਿਉਰੀਆਂ ਗੋਡਦਾ, ਇੰਨਾ ਕੁ ਕੰਮ ਜੇਲ੍ਹ ਵਾਲਿਆਂ ਦਿੱਤਾ, ਬਾਕੀ ਉੱਥੇ ਬੈਠਾ ਰਹਿੰਦਾ, ਟੀਵੀ ਵੇਖਦਾ ਰਹਿੰਦਾ। ਵੇਖਣ ਤੋਂ ਕੋਈ ਗੱਲ ਨਹੀਂ, ਅਰਜ਼ੀ ਉਹਦੀ ਫਿਰ ਰੱਦ ਹੋ ਗਈ। ਜੀ, ਇੱਕ ਬੰਦਾ ਸਾਹਿਬ ਡਾਕਟਰਾਂ ਦੀ ਬੜੀ ਕਮੀ ਦੀ ਗੱਲ ਚੱਲਦੀ ਹੈ ਜੀ ਕਿ ਇੰਡੀਆ 'ਚ ਬਹੁਤ ਡਾਕਟਰਾਂ ਦੀ ਕਮੀ ਹੈ। ਤੇ ਜਦੋਂ ਆਪਾਂ ਅੱਗੋਂ ਪਿੱਛੋਂ ਵੇਖਦੇ ਸੀ ਉਦੋਂ ਤੇ ਹਰੇਕ ਗਲੀ ਮਹੱਲੇ ਦੇ ਵਿੱਚ ਹੀ ਕੋਈ ਨਾ ਕੋਈ ਕਲੀਨਿਕ, ਕੋਈ ਨਾ ਕੋਈ ਹਸਪਤਾਲ ਆ, ਡਾਕਟਰ ਚੜਿਆ ਪਿਆ। ਤੇ ਹੁਣ ਜਦੋਂ ਲੋੜ ਆ, ਹੁਣ ਸਰਕਾਰ ਕਹਿੰਦੀ ਡਾਕਟਰਾਂ ਦੀ ਕਮੀ, ਫਿਰ ਉਹ ਕੀ ਚੀਜ਼ ਆ? ਦੇਖੋ, ਡਾਕਟਰਾਂ ਦੀ ਕਮੀ ਸਰਕਾਰੀ ਖੇਤਰ ਵਿੱਚ, ਜਿਹੜੇ ਸਰਕਾਰੀ ਹਸਪਤਾਲ ਉਹਨਾਂ 'ਚ ਡਾਕਟਰ ਪੂਰੇ ਨਹੀਂ। ਕੁਝ ਡਾਕਟਰ ਇਹੋ ਜਿਹੇ ਵੀ ਹੈ ਜਿਹੜੇ ਕਹਿੰਦੇ ਨੌਕਰੀ ਛੱਡਣੀ ਮਨਜ਼ੂਰ ਹੈ, ਖਤਰਾ ਨਹੀਂ ਲੈਣਾ ਕਿ ਬਿਮਾਰੀ ਸਾਹਮਣੇ ਚੰਬੜ ਜਾਵੇ। ਜੀ, ਹੁਣ ਅੱਜ ਹੀ ਦਿੱਲੀ ਤੋਂ ਫਿਰ ਇੱਕ ਖਬਰ ਆ ਗਈ ਹੈ, ਇੱਕ ਡਾਕਟਰ ਨੂੰ ਫਿਰ ਇਨਫੈਕਸ਼ਨ ਹੋ ਗਈ, ਜੋ ਕਰੋਨਾ ਪੋਜ਼ੀਟਿਵ ਹੋ ਗਈ ਹੈ। ਵਿਚਾਰੀ ਉਹ ਆਪਣਾ ਇਲਾਜ ਕਰਾਵੇ, ਅੱਗੇ 3-4 ਡਾਕਟਰ ਹੋਰ ਸੀ, 3 ਡਾਕਟਰ ਤਾਂ ਮਰ ਵੀ ਚੁੱਕੇ ਹੈ। ਜੀ, ਇਹਦਾ ਕਰਕੇ ਵੀ ਹੈ। ਪੰਜਾਬ ਸਰਕਾਰ ਨੇ ਪਿੱਛੇ ਜੇ ਆਖਿਆ ਸੀ ਕਿ ਅਸੀਂ ਪ੍ਰਾਈਵੇਟ ਹਸਪਤਾਲ ਜਿਹੜੇ ਆ ਇਹਨਾਂ ਨੂੰ ਆਖਾਂਗੇ ਓਪੀਡੀ ਖੋਲ੍ਹੋ। ਫਿਰ ਦੂਸਰਾ ਹੁਕਮ ਆਇਆ ਕਿ ਹਦਾਇਤ ਆਈ ਕਿ ਅਸੀਂ ਉਹਨਾਂ ਨੂੰ ਇਹ ਕਹਾਂਗੇ ਕਿ ਲੋੜ ਪਈ ਤੋਂ ਸਰਕਾਰੀ ਹਸਪਤਾਲਾਂ 'ਚ ਵੀ ਆ ਕੇ ਡਿਊਟੀ ਕਰਨ। ਜੀ, ਮੈਂ ਉਹ ਪ੍ਰਾਈਵੇਟ ਡਾਕਟਰਾਂ ਦੇ ਮੈਸੇਜ ਮੇਰੇ ਕੋਲ ਵੀ ਬੜੇ ਆਏ। ਉਹ ਕਹਿੰਦੇ ਜੀ, ਜਿਸ ਦਿਨ ਅਸੀਂ ਸਰਕਾਰੀ ਹਸਪਤਾਲਾਂ ਵਿੱਚ ਇੱਕ ਦਿਨ ਵੀ ਡਿਊਟੀ ਕਰਕੇ ਆ ਗਏ, ਸਾਡੇ ਹਸਪਤਾਲ 'ਚ ਕੋਈ ਪ੍ਰਾਈਵੇਟ ਪੇਸ਼ੈਂਟ ਆਉਣਾ ਹੀ ਨਹੀਂ। ਉਹਨੇ ਆਖਣਾ ਉੱਥੇ ਗਿਆ ਸੀ, ਕਰੋਨਾ ਵਾਲਾ ਦਾ ਇਲਾਜ ਕਰਕੇ ਆਇਆ ਸੀ, ਪਤਾ ਨਹੀਂ ਕੀ ਕਰਿਆ ਹੋਵੇ। ਕਹਿੰਦੇ ਇੱਥੇ ਅਸੀਂ ਇਸ ਗੱਲ ਤੋਂ ਡਰਦੇ ਹਾਂ ਕਿ ਕੋਈ ਬੰਦਾ ਛਿੱਕਾ ਮਾਰਦਾ ਆ ਗਿਆ, ਅਸੀਂ ਉਹਦਾ ਟ੍ਰੀਟਮੈਂਟ ਕਰਤਾ, ਉਹ ਬਾਅਦ 'ਚ ਕਰੋਨਾ ਵਾਲਾ ਕੇਸ ਨਿਕਲਿਆ ਤਾਂ ਵੀ ਫਸ ਜਾਂਗੇ, ਅਸੀਂ ਬਹੁਤ ਕਸੂਤੇ ਹਾਂ। ਜੀ, ਹੁਣ ਉਹ ਇਸ ਗੱਲ ਤੋਂ ਜੇ ਡਰਦੇ ਆ ਤੇ ਪ੍ਰੋਟੈਕਟਿਵ ਜਿਹੜੀਆਂ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਪਾ ਲੈਣ, ਉਹ ਸੂਟ ਪਾ ਕੇ ਵੇਖਣ। ਡਾਕਟਰੀ ਕਿੱਤਾ ਹੈ। ਹੁਣ ਜੇ ਜੰਗ ਲੱਗੀ ਹੋਵੇ ਤੇ ਸਿਪਾਹੀ ਆਖੇ ਮੈਂ ਲੜਦਾ ਨਹੀਂ, ਇਹ ਕੋਈ ਗੱਲ ਥੋੜ੍ਹੀ। ਡਾਕਟਰ ਨੇ, ਉਹਨਾਂ ਨੂੰ ਇਹ ਕੰਮ ਕਰਨਾ ਚਾਹੀਦਾ। ਇਸ ਮੌਕੇ 'ਤੇ ਜਿਵੇਂ ਇਸ ਲੜਾਈ ਤੋਂ ਭਗੌੜੇ ਹੁੰਦੇ ਨੇ, ਇਹਦਾ ਮਤਲਬ ਅੱਗੋਂ ਪਿੱਛੋਂ ਸਿਰਫ ਨੋਟ ਕਮਾਉਣ ਦੀ ਮਸ਼ੀਨ ਹੀ ਬਣੇ ਪਰ। ਜੀ, ਇਹਦੇ ਦੌਰਾਨ ਇੱਕ ਤਰੀਕਾ ਹੋਰ ਹੈ। ਇਸ ਵੇਲੇ ਇੰਡੀਆ ਦੇ ਵਿੱਚ ਜਿੰਨੀ ਕੁ ਮੇਰੀ ਜਾਣਕਾਰੀ ਹੈ, 30,000 ਦੇ ਕਰੀਬ ਉਹ ਡਾਕਟਰ ਨੇ ਜਿਨ੍ਹਾਂ ਨੂੰ ਸਰਕਾਰ ਡਾਕਟਰ ਨਹੀਂ ਮੰਨਦੇ। ਇਹਨਾਂ ਵਿੱਚੋਂ ਕੋਈ ਨੇਪਾਲ ਵਿੱਚੋਂ ਮੈਡੀਕਲ ਕਰਕੇ ਆਇਆ, ਕੋਈ ਚੀਨ 'ਚੋਂ ਕਰਕੇ ਆਇਆ, ਕੋਈ ਬੰਗਲਾਦੇਸ਼ ਤੋਂ ਕਰਕੇ ਆਇਆ, ਜੀ, ਕੋਈ ਰੂਸ ਵਿੱਚੋਂ ਕਰਕੇ ਆਇਆ, ਕੋਈ ਯੂਕਰੇਨ ਤੋਂ ਕਰਕੇ ਆਇਆ। ਇੱਦਾਂ ਬੜੇ ਦੇਸ਼ਾਂ 'ਚੋਂ ਅੱਡ-ਅੱਡ ਥਾਵਾਂ ਤੋਂ ਕਰਕੇ ਆਏ ਨੇ। ਇਹ ਡਾਕਟਰ ਪਹਿਲਾਂ ਆਉਂਦੇ ਸੀ, ਇਹਨਾਂ ਦੀ ਰਜਿਸਟ੍ਰੇਸ਼ਨ ਹੋ ਜਾਂਦੀ ਸੀ। ਹੁਣ ਪੁਆੜਾ ਕਦੋਂ ਪਿਆ? ਜਿੰਨੀ ਕੁ ਮੇਰੀ ਜਾਣਕਾਰੀ ਹੈ, 2001 ਦੇ ਵਿੱਚ ਕੁਝ ਲੋਕਾਂ ਨੇ ਇੱਥੇ ਆ ਕੇ ਆਖਿਆ ਕਿ ਅਸੀਂ ਉੱਥੋਂ ਬਾਹਰੋਂ ਡਿਗਰੀ ਕਰਕੇ ਆਏ ਹਾਂ। ਜੀ, ਮੈਡੀਕਲ ਕੌਂਸਲ ਆਫ ਇੰਡੀਆ ਨੇ ਉਹਨਾਂ ਨੂੰ ਚਿੱਠੀ ਦੇ ਦਿੱਤੀ ਬਕਾਇਦਾ ਕਿ ਜਾਓ ਤੁਸੀਂ ਇੰਟਰਨਸ਼ਿਪ ਕਿਸੇ ਸਰਕਾਰੀ ਹਸਪਤਾਲ 'ਚ ਕਰਕੇ ਆਓ। ਜਦੋਂ ਤੁਸੀਂ ਇੰਟਰਨਸ਼ਿਪ ਕਰਕੇ ਆ ਗਏ, ਤੁਹਾਨੂੰ ਪੱਕੀ ਰਜਿਸਟ੍ਰੇਸ਼ਨ ਦੇ ਦਿੱਤੀ ਜਾਵੇਗੀ। ਉਹਨਾਂ ਚਿਰ ਤੱਕ ਕੱਚੀ ਰਜਿਸਟ੍ਰੇਸ਼ਨ ਹੈ। ਇਹ ਜਦ ਤੱਕ ਉਹਨਾਂ ਨੇ 1 ਸਾਲ ਦੀ ਕਰਕੇ ਇੰਟਰਨਸ਼ਿਪ 'ਤੇ ਉੱਥੇ ਜਾਣਾ ਸੀ, ਉਹਨੇ ਚਿਰ ਤੱਕ ਸੁਪਰੀਮ ਕੋਰਟ ਦਾ ਇੱਕ ਨਵਾਂ ਆਰਡਰ ਆ ਗਿਆ ਕਿ ਇਹ ਡਾਕਟਰ ਬਾਹਰ ਦੀ ਪੜ੍ਹਾਈ ਜੋ ਮਰਜ਼ੀ ਹੋਵੇ, ਇੱਥੋਂ ਦੇ ਮੈਡੀਕਲ ਦੇ ਹਿਸਾਬ ਨਾਲ ਦੁਬਾਰਾ ਇਮਤਿਹਾਨ ਦੇ ਕੇ ਤੇ ਫਿਰ ਪਾਸ ਕਰਨ। ਜੀ, ਹੁਣ ਉਹ ਉੱਥੋਂ ਦੇ ਸਿਸਟਮ ਮੁਤਾਬਕ ਪੜ੍ਹੇ ਆ। ਖਾਸ ਤੌਰ 'ਤੇ ਰੂਸ, ਯੂਕਰੇਨ 'ਚ ਜਿਹੜੇ ਪੜ੍ਹ ਕੇ ਆਏ ਆ, ਉੱਥੇ ਤੇ ਪੜ੍ਹਾਈ ਵੀ ਸਾਰੀ ਰੂਸੀ ਬੋਲੀ 'ਚ ਹੁੰਦੀ ਆ। ਇੱਥੇ ਆ ਕੇ ਇੱਕਦਮ ਅੰਗਰੇਜ਼ੀ 'ਚ ਸਾਰੀਆਂ ਟਰਮਾਂ ਸਮਝਣੀਆਂ, ਹਿੰਦੀ 'ਚ ਸਮਝਣੀਆਂ, ਬੜਾ ਔਖਾ ਹੋ ਜਾਂਦਾ। ਉਹਦੇ ਉੱਤੇ ਫਿਰ ਕੇਸ ਵੀ ਚੱਲਦਾ ਰਿਹਾ, ਸੁਪਰੀਮ ਕੋਰਟ ਨਹੀਂ ਮੰਨੀ, ਹਾਈ ਕੋਰਟ ਵੀ ਨਹੀਂ ਮੰਨੀ। ਜੀ, ਇਹਨਾਂ ਨੇ ਮੈਡੀਕਲ ਕੌਂਸਲ ਨੂੰ ਆਖਿਆ ਕਿ ਸਾਡਾ ਕੇਸ ਉਹਦੇ ਤੋਂ ਪਹਿਲਾਂ ਦਾ, ਸੁਪਰੀਮ ਕੋਰਟ ਦਾ ਡਿਸੀਜਨ ਉਸ ਤੋਂ ਬਾਅਦ ਦਾ, ਤੇ ਜੇ ਸੁਪਰੀਮ ਕੋਰਟ ਦਾ ਡਿਸੀਜਨ ਉਸ ਤੋਂ ਬਾਅਦ ਦਾ, ਤੇ ਅਸੀਂ ਜਿਹੜੇ ਪਹਿਲਾਂ ਦੇ ਤੁਹਾਡੇ ਕੋਲ ਆਪਣੇ ਕੋਲ ਕੱਚੀ ਰਜਿਸਟ੍ਰੇਸ਼ਨ ਕਰਾ ਚੁੱਕੇ ਹਾਂ, ਉਹ ਸਾਡੇ ਉੱਤੇ ਤੇ ਲਾਗੂ ਨਹੀਂ ਹੋਣਾ ਚਾਹੀਦਾ। ਮੈਡੀਕਲ ਕੌਂਸਲ ਆਫ ਇੰਡੀਆ ਨੇ ਇਹਦੇ ਉੱਤੇ ਕੋਈ ਜਵਾਬ ਹੀ ਨਹੀਂ ਦਿੱਤਾ। ਉਹ ਚਿੱਠੀਆਂ ਲਿਖਦੇ ਆ, ਸੂਚਨਾ ਮੰਗਦੇ ਆ ਕਿ ਤੁਸੀਂ ਸਾਨੂੰ ਕਿੱਦਾਂ ਰੋਕਿਆ। ਮੈਡੀਕਲ ਕੌਂਸਲ ਆਫ ਇੰਡੀਆ ਉਹਦਾ ਜਵਾਬ ਹੀ ਨਹੀਂ ਦੇ ਰਹੀ। ਲੋਕਾਂ ਕੋਲ ਵੀ ਚਿੱਠੀਆਂ ਪਈਆਂ ਨੇ, ਉੱਥੇ ਗਏ, ਉਹ ਪਾਸ ਵੀ ਪਏ ਨੇ। ਅੱਜ ਦੀ ਤਰੀਕ ਵਿੱਚ ਵੀ ਤੁਹਾਨੂੰ ਪਤਾ, ਉੱਥੋਂ ਪਿੱਛੇ ਜੇ ਜੰਮੂ ਕਸ਼ਮੀਰ 'ਚੋਂ ਇੱਕ ਐਸਪੀ ਫੜਿਆ ਗਿਆ ਕਿ ਡੀਐਸਪੀ ਬਲਦੇਵ ਸਿੰਘ ਸੀ, ਕੀ ਉਹਦਾ ਨਾਂ ਸੀ, ਜੀ, ਜੀ, ਸੀਗਾ, ਜਿਹੜਾ ਅੱਤਵਾਦੀਆਂ ਨੂੰ ਲਗਾਉਂਦਾ ਫੜਿਆ ਗਿਆ ਸੀ। ਜੀ, ਜੀ, ਉਹਦੇ ਬਾਰੇ ਪਤਾ ਲੱਗਾ ਕਿ ਹਰ ਮਹੀਨੇ ਬੰਗਲਾਦੇਸ਼ ਜਾਂਦਾ ਸੀ। ਉਹਦੀਆਂ 2 ਕੁੜੀਆਂ ਬੰਗਲਾਦੇਸ਼ 'ਚ ਇਸ ਵੇਲੇ ਮੈਡੀਕਲ ਕਰਦੀਆਂ ਪਈਆਂ ਨੇ। ਅੱਜ ਦੀ ਤਰੀਕ ਵਿੱਚ ਵੀ ਬੱਚੇ ਚੀਨ ਵਿੱਚ ਵੀ ਮੈਡੀਕਲ ਕਰਦੇ ਨੇ, ਬੰਗਲਾਦੇਸ਼ ਵਿੱਚ ਵੀ ਕਰਦੇ ਨੇ, ਨੇਪਾਲ, ਭੂਟਾਨ ਵਿੱਚ ਵੀ ਕਰਦੇ ਨੇ, ਰੂਸ ਵੀ ਕਰਨ ਜਾਂਦੇ ਨੇ। ਤੇ ਜੇ ਸਰਕਾਰ ਨੇ ਇਹ ਆਖਣਾ ਕਿ ਇੱਥੇ ਆ ਕੇ ਇਹਨਾਂ ਨੂੰ ਰਜਿਸਟ੍ਰੇਸ਼ਨ ਨਹੀਂ ਮਿਲ ਸਕਦੀ, ਤੇ ਜਾਣ ਤੋਂ ਇਨਕਾਰ ਕਰ ਦਿਓ, ਰੋਕ ਦਿਓ, ਨਾ ਜਾਣ ਦਿਓ। ਜੀ, ਜਦੋਂ ਗਏ ਵੀ ਨੇ ਤੇ ਫਿਰ ਉਹਨਾਂ ਨੂੰ ਰਜਿਸਟ੍ਰੇਸ਼ਨ ਨਹੀਂ ਤੁਸੀਂ ਦਿੰਦੇ, ਤੇ ਤਾਂ ਗਲਤ ਹੈ। ਆਹ ਜਿਹੜੇ 30,000 ਦੇ ਕਰੀਬ ਮੈਂ ਤੁਹਾਨੂੰ ਦੱਸਦਾ ਡਾਕਟਰ, ਇਹ ਅੱਜ ਘਰਾਂ 'ਚ ਬਹਿ ਕੇ ਤੇ ਕੋਈ ਉੱਥੇ ਪੋਚਾ ਨਹੀਂ ਮਾਰਦੇ ਪਏ, ਕੋਈ ਉੱਥੇ ਆਯੁਰਵੈਦਿਕ ਦੀ ਦਵਾਈ ਨਹੀਂ ਵੇਚਦੇ ਪਏ। ਇਹ ਸਾਰੇ ਦੇ ਸਾਰੇ 2-4 ਨੂੰ ਛੱਡ ਕੇ ਬਾਕੀ ਪ੍ਰਾਈਵੇਟ ਹਸਪਤਾਲਾਂ ਵਿੱਚ ਕੰਮ ਕਰਦੇ ਪਏ ਨੇ। ਆ ਪ੍ਰਾਈਵੇਟ ਜਿਹੜੇ ਸੁਪਰ ਸਪੈਸ਼ਲਿਟੀ ਹਸਪਤਾਲ ਨੇ, ਜੀ,
ਉਹ ਇਹਨਾਂ ਦੀ ਛਿੱਲ ਲਾ ਰਹੇ ਨੇ। ਦੂਸਰਾ ਜਿਹੜਾ ਇੱਥੋਂ ਦਾ ਡਾਕਟਰ ਹੈ ਉਹਨੂੰ ਉਹ ਲੱਖ 1.5 ਲੱਖ ਰੁਪਈਆ, ਕਈਆਂ ਨੂੰ ਇਹ ਤੋਂ ਵੀ ਵੱਧ ਪੈਸੇ ਦੇ ਰਹੇ ਮਹੀਨੇ ਦੇ। ਇਹਨਾਂ ਨੂੰ ਮਸਾਂ ਚੌਥਾ ਹਿੱਸਾ ਪੈਸੇ ਦੇ ਕੇ ਉਹਨਾਂ ਨੇ ਰੱਖਿਆ। ਕੰਮ ਇਹ ਉਹੀ ਕਰਦੇ ਆ ਜੋ ਇੱਥੋਂ ਵਾਲੇ ਡਾਕਟਰ ਕਰਦੇ ਨੇ। ਸਾਰੇ ਦਾ ਸਾਰਾ ਕੰਮ ਇਹ ਕਰ ਰਹੇ ਨੇ, ਨਾਲ ਵੀ ਡਾਕਟਰ ਹੈ, ਬੋਰਡਾਂ 'ਤੇ ਵੀ ਇਹਨਾਂ ਦੇ ਨਾਂ ਨੇ, ਪਰ ਉਹਦੇ ਬਾਵਜੂਦ ਇਹਨਾਂ ਤੋਂ ਸੇਵਾਵਾਂ ਲਈਆਂ ਜਾ ਰਹੀਆਂ। ਉਹ ਕਹਿੰਦੇ ਸਾਨੂੰ ਸਰਕਾਰ ਰੱਖੇ, ਅਸੀਂ ਅੱਜ ਵੀ ਡਿਊਟੀਆਂ ਸਾਂਭਣ ਲਈ ਤਿਆਰ ਹਾਂ। ਸਾਨੂੰ ਇਹ ਪਤਾ ਕਿ ਅਸੀਂ ਡਾਕਟਰ ਬਣੇ ਆ ਅਤੇ ਇਸ ਕਰਕੇ ਬਣੇ ਆ ਕਿ ਹਰ ਕਿਸਮ ਦੇ ਮਾੜੇ ਚੰਗੇ ਪੇਸ਼ੈਂਟ ਨੂੰ ਟਰੀਟ ਕਰਨਾ, ਉਹਨੂੰ ਠੀਕ ਕਰਨ ਵਿੱਚ ਮਦਦ ਕਰਨੀ ਹੈ। ਜੇ ਠੀਕ ਕਰਦਿਆਂ ਇਹੋ ਜਿਹੀ ਕੋਈ ਸਮੱਸਿਆ ਆ ਜਾਵੇ ਤੇ ਭੁਗਤਾਂਗੇ। ਅਸੀਂ ਇਸ ਮੈਦਾਨ 'ਚੋਂ ਭੱਜਾਂਗੇ ਨਹੀਂ, ਤੇ ਸਰਕਾਰ ਉਹਨਾਂ ਵਾਸਤੇ ਕਰੇ ਕੁਛ। ਉਹ ਜਿਹੜੇ ਇੰਨੇ ਸਾਲਾਂ ਤੋਂ 2001 ਤੋਂ ਲੈ ਕੇ ਹੁਣ 2020 ਹੋ ਗਿਆ, 20 ਸਾਲ ਹੋ ਗਏ ਉਹ ਹਵਾ 'ਚ ਲਟਕਦੇ ਨੇ। ਪ੍ਰਾਈਵੇਟ ਸੁਪਰ ਸਪੈਸ਼ਲਿਟੀ ਹਸਪਤਾਲਾਂ 'ਚੋਂ ਕੰਮ ਕਰਦੇ ਪਏ ਨੇ। ਉਹਨਾਂ ਦੀ ਅੱਜ ਤੱਕ ਕਦੇ ਕੋਈ ਸ਼ਿਕਾਇਤ ਨਹੀਂ ਆਈ। ਸਪੈਸ਼ਲਿਸਟ ਡਾਕਟਰਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਨੇ, ਤੇ ਫਿਰ ਇਹਨਾਂ ਨੂੰ ਉਹ ਡਿਊਟੀ ਦੇਣੀ ਚਾਹੀਦੀ ਹੈ। ਔਰ ਦੂਜੇ ਜਿਹੜੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਨੇ, ਉਹਨਾਂ ਵਿੱਚੋਂ ਜੇ ਕੋਈ ਇਸ ਡਿਊਟੀ ਤੋਂ ਭੱਜਦਾ ਤੇ ਸਮਝਣਾ ਚਾਹੀਦਾ ਕਿ ਜੰਗ ਲੱਗੀ ਤੋਂ ਮੋਰਚੇ 'ਤੇ ਸਿਪਾਹੀ ਭੱਜਣ ਵਾਲੀ ਗੱਲ ਹੈ, ਉਹਨਾਂ ਨੂੰ ਭੱਜਣਾ ਨਹੀਂ ਚਾਹੀਦਾ। ਜਿਹੜੀਆਂ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ ਨੇ, PPE ਕਿੱਟਾਂ, ਉਹ ਪਾ ਲੈਣ, ਸੂਟਸ ਪਾ ਲੈਣ, ਔਰ ਉਹ ਪਾ ਕੇ ਤੇ ਉਹਦੇ ਆਸਰੇ ਉਹਨਾਂ ਨੂੰ ਜਿਸ ਤਰ੍ਹਾਂ ਵੀ ਹੈ ਇਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਹ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਜੋ ਹਟਦੇ ਆ ਤੇ ਇਹ ਗਲਤ ਹੈ। ਜੀ ਇੱਕ ਮਿੰਟ ਸਾਹਿਬ, ਜਾਂਦੇ ਜਾਂਦੇ ਆਪਾਂ ਗੱਲ ਕਰ ਲਈ ਜਿਹੜੀ ਹਰਿਆਣੇ ਦੇ ਵਿੱਚ ਕਹਿੰਦੇ ਕੋਈ ਲੈਬ ਆ ਤੇ ਉਹਦੇ ਨਤੀਜੇ ਕਹਿੰਦੇ ਸਹੀ ਨਹੀਂ ਆਉਂਦੇ, ਉਹ ਕੀ ਕਹਾਣੀ ਜੀ? ਉਹ ਲੈਬ ਨੈਸ਼ਨਲ ਲੈਵਲ ਦੀ ਹੈ ਜੀ। ਬਹੁਤ ਸਾਰੇ ਥਾਵਾਂ 'ਤੇ, ਸਾਡੇ ਜਲੰਧਰ ਵਿੱਚ ਵੀ ਉਹਨਾਂ ਦਾ ਇੱਕ ਆਊਟਲੈਟ ਹੈ। ਜਿੱਥੇ ਜਿੱਥੇ ਉਹਨਾਂ ਦੇ ਦਫ਼ਤਰ ਨੇ ਉੱਥੇ ਲੋਕਾਂ ਤੋਂ ਸੈਂਪਲ ਲੈ ਜਾਂਦੇ, ਉਹ ਸੈਂਪਲ ਲੈ ਕੇ ਉਸ ਲੈਬ ਵਿੱਚ ਭੇਜ ਜਾਂਦੇ। ਉਹਦੀਆਂ 4-5 ਥਾਵਾਂ 'ਤੇ ਲੈਬਸ ਨੇ ਵੱਡੀਆਂ। ਉਹਨਾਂ ਲੈਬਸ ਵਿੱਚ ਸੈਂਪਲ ਭੇਜ ਕੇ ਉਹਨਾਂ ਰਿਪੋਰਟ ਉੱਥੋਂ ਆਉਂਦੀ ਹੈ। ਹੁਣ ਪਤਾ ਲੱਗਾ ਕਿ ਜਿਹੜੀ ਗੁੜਗਾਉਂ 'ਚ ਲੈਬ ਹੈ ਉਹਨਾਂ ਦੀ, ਉਹਦੇ ਹੁਣ ਤੱਕ 4 ਰਿਜ਼ਲਟ ਜਿਹੜੇ ਆ ਉਹ ਗਲਤ ਆ ਚੁੱਕੇ ਨੇ। ਅਤੇ ਹਰਿਆਣੇ ਦੇ ਸਿਹਤ ਮੰਤਰੀ ਨੇ ਜਾਂ ਕਿ ਹੋਰ ਮੰਤਰੀ ਨੇ ਵੀ, ਉਹਨਾਂ ਨੇ ਇਸ ਗੱਲ 'ਤੇ ਰੌਲਾ ਪਾਇਆ ਕਿ ਇਹ ਲੈਬ ਜਿਹੜੀ ਹੈ ਇਹਦੀ ਪੜਤਾਲ ਕੀਤੀ ਜਾਵੇ। ਸੈਂਟਰ ਗੌਰਮੈਂਟ ਨੂੰ ਆਖਿਆ ਜੀ ਇਹਦੀ ਪੜਤਾਲ ਕਰੋ। ਜੇ ਇਹ ਲੈਬ ਗਲਤ ਰਿਜ਼ਲਟ ਦੇ ਰਹੀ ਹੈ ਤਾਂ ਲੋਕਾਂ ਦਾ ਇਲਾਜ ਕੀ ਹੋਵੇਗਾ? ਇਸ ਕਰਕੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਹ ਇੱਦਾਂ ਦਾ ਕੰਮ ਸਰਕਾਰੀ ਹਸਪਤਾਲ 'ਚ ਵੀ ਹੋ ਸਕਦਾ, ਪ੍ਰਾਈਵੇਟ 'ਚ ਵੀ ਹੋ ਸਕਦਾ। ਜਿੱਥੇ ਵੀ ਕਿਤੇ ਜੇ ਗਲਤ ਰਿਪੋਰਟ ਕੋਈ ਵੀ ਦਿੰਦਾ, ਇਹਦਾ ਮਤਲਬ ਜਾਂ ਤਾਂ ਉਹਨਾਂ ਪੂਰੀ ਤਰ੍ਹਾਂ ਚੈੱਕ ਨਹੀਂ ਕੀਤਾ, ਜਾਂ ਉਹਨਾਂ ਦੀਆਂ ਮਸ਼ੀਨਾਂ 'ਚ ਨੁਕਸ ਹੈ, ਜਾਂ ਉੱਦਾਂ ਲਾਪਰਵਾਹੀ ਚੱਲਦੀ ਪਈ ਹੈ। ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਗੱਲ ਗਲਤ ਹੋਈ ਤਾਂ ਹੈ ਨਾ। ਅਤੇ ਉਹ ਜਿਹੜੇ ਗਲਤ ਰਿਜ਼ਲਟ ਆਏ ਨੇ ਉਹਨਾਂ ਸੰਬੰਧ 'ਚ ਹੈਗਾ। ਇਹ ਉੱਦਾਂ ਮੈਂ ਦੱਸਾਂ ਕਿ ਭਾਰਤ ਵਿੱਚ ਇਕੱਲਾ ਲੈਬਸ ਦਾ ਇਹ ਮਾਮਲਾ ਨਹੀਂ, ਕਈ ਹੋਰ ਪੱਖਾਂ ਤੋਂ ਵੀ ਖਿਆਲ ਰੱਖਣ ਦੀ ਲੋੜ ਹੈ। ਹੁਣ ਮਿਸਾਲ ਦੇ ਤੌਰ 'ਤੇ ਪਿਛਲੇ 3 ਸਾਲਾਂ ਤੋਂ ਲਗਾਤਾਰ ਜਿਹੜਾ ਭਾਰਤ ਦਾ ਕਲੀਨੈਸਟ ਸ਼ਹਿਰ ਗਿਣਿਆ ਜਾਂਦਾ ਸੀ, ਸਭ ਤੋਂ ਵੱਧ ਸਾਫ਼ ਗਿਣਿਆ ਜਾਂਦਾ ਸੀ, ਇੰਦੌਰ। ਉਹਦੇ 'ਚ ਇਸ ਵੇਲੇ ਸਮੱਸਿਆ ਇੰਨੀ ਗੰਭੀਰ ਹੋਈ ਪਈ ਹੈ ਕਿ ਉੱਥੇ ਮੌਤਾਂ ਲਗਾਤਾਰ ਵਧੀ ਜਾ ਰਹੀਆਂ ਨੇ। ਮੱਧ ਪ੍ਰਦੇਸ਼ ਦੇ ਵਿੱਚ ਕੁੱਲ 92 ਮੌਤਾਂ ਹੋਈਆਂ ਨੇ, ਅਤੇ 92 ਦੇ ਵਿੱਚੋਂ 57 ਮੌਤਾਂ ਉਸ ਇਕੱਲੇ ਇੰਦੌਰ ਸ਼ਹਿਰ 'ਚ ਹੋ ਗਈਆਂ ਨੇ। ਇਹਦਾ ਮਤਲਬ ਕਿ 35 ਬਾਕੀ ਹੋਈਆਂ। ਉੱਥੇ ਇੰਨੀ ਸਮੱਸਿਆ ਵਧੀ ਜਾ ਰਹੀ ਹੈ। ਮਹਾਰਾਸ਼ਟਰ 'ਚ ਸਮੱਸਿਆ ਵਧੀ ਜਾ ਰਹੀ ਹੈ। ਉਹਨਾਂ ਸਾਰੀਆਂ ਥਾਵਾਂ 'ਤੇ ਜਿੱਥੇ ਜਿੱਥੇ ਵੀ ਆ, ਉੱਥੇ ਵੀ ਖਿਆਲ ਦੇਣਾ ਚਾਹੀਦਾ। ਖਾਸ ਤੌਰ 'ਤੇ ਵੇਖਣਾ ਚਾਹੀਦਾ ਕਿ ਉੱਥੇ ਡਾਕਟਰੀ ਸਹੂਲਤਾਂ ਜਿੱਦਾਂ ਦੀ ਗੁੜਗਾਉਂ ਦੀ ਲੈਬ ਹੈ, ਕਿਤੇ ਇਸ ਲੈਬ ਵਾਂਗ ਉੱਥੇ ਵੀ ਕੁਝ ਕੁਤਾਹੀਆਂ ਤਾਂ ਨਹੀਂ ਹੁੰਦੀਆਂ। ਡਾਕਟਰੀ ਸਟਾਫ ਤੋਂ ਕੁਤਾਹੀ ਤਾਂ ਨਹੀਂ ਹੁੰਦੀ, ਹਸਪਤਾਲਾਂ ਤੋਂ ਨਹੀਂ ਹੋ ਰਹੀ, ਜਾਂ ਪ੍ਰਸ਼ਾਸਨ ਦੇ ਮਾਮਲੇ 'ਚ ਕਿਸੇ ਥਾਂ 'ਤੇ ਕੋਈ ਕਾਰਵਾਈ ਇਹੋ ਜਿਹੀ ਕੋਈ ਉਲੰਘਣਾ ਤਾਂ ਨਹੀਂ ਹੋ ਰਹੀ। ਜੇ ਹੋ ਰਹੀ ਹੋਵੇ ਅਤੇ ਜਿੱਥੇ ਹੋ ਰਹੀ ਹੋਵੇ ਉੱਥੇ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਖਤੀ ਹੋਣੀ ਚਾਹੀਦੀ ਹੈ। ਜੇ ਬਾਕੀਆਂ 'ਤੇ ਸਖਤੀ ਹੈ ਅਤੇ ਉੱਥੇ ਵੀ ਹੋਣੀ ਚਾਹੀਦੀ। ਜੀ, ਤੁਹਾਨੂੰ ਸਭ ਤੋਂ ਸਮਾਂ ਕੱਢਿਆ, ਬਹੁਤ ਧੰਨਵਾਦ ਜੀ। ਤੇ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।